ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਸ਼ਹੀਦ ਦਾਦੇ ਦੇ ਪੋਤੇ, ਸ਼ਹੀਦ ਪੋਤਿਆਂ ਦੇ ਦਾਦੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਵਡਭਾਗੀ ਪਿਆਰਿਓ। ਗੁਰਫਤਿਹ ਦੀ ਸਾਂਝ ਬਣਾਉਂਦੇ ਸਾਰੇ ਜਾਣੇ ਪਹਿਲਾਂ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਲੜੀਵਾਰ ਸ਼ਬਦ ਦੀ ਵਿਚਾਰ ਕਰਨ ਦੀ ਅੱਜ ਦੀ ਸੇਵਾ ਦਾਸ ਦੀ ਲੱਗੀ। ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਕੇ ਪਿਆਰੇ ਗੁਰੂ ਸਵਾਰੇ ਭਾਈ ਸੁਵਿੰਦਰ ਸਿੰਘ ਜੀ ਹੋਰਾਂ ਦੇ ਕੋਲੋਂ ਲੜੀਵਾਰ ਪਾਵਨ ਜੋ ਸ਼ਬਦ ਹੈ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਿਆ ਹੋਇਆ, ਗੌੜੀ ਰਾਗ ਦੇ ਅੰਦਰ ਬੜੇ ਪਿਆਰ ਨਾਲ ਪਾਠ ਰੂਪ ਅੰਦਰ ਸਰਵਣ ਕੀਤਾ। ਕਬੀਰ ਸਾਹਿਬ ਦੇ ਬਾਬਤ ਇੱਕ ਦੋ ਬੇਨਤੀਆਂ ਕਰਦਿਆਂ ਫਿਰ ਮੈਂ ਲੜੀਵਾਰ ਵਿਚਾਰ ਵੱਲ ਆਵਾਂਗਾ। ਕਬੀਰ ਸਾਹਿਬ ਇੱਕ ਮਰਦ ਸੂਰਮੇ ਨੇ। ਉਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਨਾ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਤੇ ਕਬੀਰ ਸਾਹਿਬ ਖਰਾ ਸੱਚ ਦੁਨੀਆ ਦੇ ਸਾਹਮਣੇ ਰੱਖਦੇ ਨੇ। ਇਤਿਹਾਸ ਜਦੋਂ ਪੜ੍ਹਦੇ ਆ ਨਾ, ਇਸੇ ਲਈ ਕਬੀਰ ਸਾਹਿਬ ਉੱਤੇ ਵੀ ਜ਼ੁਲਮ ਹੋਇਆ, ਤਸ਼ੱਦਦ ਹੋਇਆ। ਉਹਨਾਂ ਦੀ ਬਾਣੀ ਪੜ੍ਹੋਗੇ ਨਾ ਤੇ ਇਹ ਇਤਿਹਾਸ ਦੀ ਗਵਾਹੀ ਸਾਨੂੰ ਉਹਨਾਂ ਦੀ ਬਾਣੀ 'ਚੋਂ ਮਿਲੇਗੀ। ਹੱਥ ਪੈਰ ਕਬੀਰ ਸਾਹਿਬ ਦੇ ਬੰਨ੍ਹ ਲਏ ਤੇ ਹਾਥੀ ਦੇ ਅੱਗੇ ਸੁੱਟ ਦਿੱਤਾ। ਮਕਸਦ ਵੀ ਹਾਥੀ ਠੁੱਡੇ ਮਾਰੇਗਾ, ਇਹਦੀਆਂ ਪਸਲੀਆਂ ਭੰਨੇਗਾ, ਹੱਡੀਆਂ ਤੋੜੇਗਾ ਤੇ ਕਬੀਰ ਮੁਨਕਰ ਹੋ ਜਾਏਗਾ ਵੀ ਜੋ ਮੈਂ ਕਿਹਾ ਉਹ ਗਲਤ ਸੀਗਾ, ਗਲਤ ਸੀ, ਮੇਰੇ ਕੋਲ ਐਵੇਂ ਲਿਖਿਆ ਗਿਆ। ਖਿਆਲੀ ਗੱਲਾਂ ਕਬੀਰ ਕਹਿਣ ਲੱਗੇ ਨਾ, ਜੋ ਕਿਹਾ ਉਹ ਸੱਚ ਹੈ, ਸੱਚ ਹੈ। ਗੁਰਬਾਣੀ 'ਚੋਂ ਆਪਾਂ ਪੜ੍ਹਦੇ ਹੁੰਦੇ ਹਾਂ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ
ਦੀਨਾ, ਕੁੰਚਰ ਕਹਿੰਦੇ ਹਾਥੀ ਨੂੰ, ਕਿਉਂਕਿ ਕਬੀਰ ਸਾਹਿਬ ਦੇ ਅੱਜ ਦੇ ਸ਼ਬਦ ਅੰਦਰ ਵੀ ਸੱਚੀਆਂ ਬਾਤਾਂ ਨੇ। ਸੱਚ ਦੇ ਕਾਰਨ ਕਬੀਰ ਸਾਹਿਬ ਨੂੰ ਹਾਥੀ ਦੇ ਅੱਗੇ ਸੁੱਟਿਆ ਗਿਆ ਮਾਰਨ ਲਈ। ਇਹ ਸੱਚ ਦੀ ਬਾਤ ਪਾਉਂਦਾ, ਇਹਨੂੰ ਖਤਮ ਕਰ ਦਿਓ, ਮਾਰ ਦਿਓ। ਦੂਜੀ ਉਦਾਹਰਨ, ਕਬੀਰ ਸਾਹਿਬ ਨੂੰ ਬੰਨ੍ਹ ਕੇ ਜੰਜੀਰਾਂ ਦੇ ਨਾਲ ਗੰਗਾ ਨਦੀ 'ਤੇ ਲਿਜਾਇਆ ਗਿਆ। ਕਾਹਦੇ ਲਈ? ਵੀ ਹੱਲੇ ਵੀ ਚਾਂਸ ਹੈ, ਮੌਕਾ ਹੈ, ਮੰਨ ਜਾ ਮੈਂ ਗਲਤ ਬੋਲਿਆ, ਗਲਤ ਕਿਹਾ ਗਿਆ, ਨਹੀਂ ਤੇ ਗੰਗਾ ਦੇ ਵਿੱਚ ਲਹਿਰਾਂ ਵਿੱਚ ਡੋਬ ਕੇ ਇਹਨੂੰ ਖਤਮ ਕੀਤਾ ਜਾਏਗਾ। ਔਰ ਇਸ ਘਟਨਾ ਨੂੰ ਉਸ ਰੱਬ ਦੇ ਪਿਆਰੇ ਨੇ ਖੁਦ ਆਪਣੇ ਕਲਮ ਦੇ ਰਾਹੀਂ ਸ਼ਬਦਾਂ ਦੇ ਅੰਦਰ ਅੰਕਿਤ ਕੀਤਾ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ, ਡਰਾਏ ਚਰਨ ਕਮਲ ਚਿਤ ਰਹੋ, समाए गंगा की लहर मेरी टूटी जंजीर, मृगशाला पर बैठे कबीर, कहो कबीर को संग न साथ, जल थल राखण है रघुनाथ। कबीर साहब का राखा वाहिगुरू, पर सच ते खड़े ने, सच ते क्यों? ये अखौती धार्मिक अखवाउण वालियां ने कबीर नूं बर्दाश्त नहीं किया। क्यों? क्योंकि कबीर सच कहते हैं। ਹੁਣ ਬੰਦਾ ਬਰਦਾਸ਼ਤ ਕਰੇਗਾ ਜਦੋਂ ਕਬੀਰ ਸਾਹਿਬ ਸਾਹਮਣੇ ਖੜ ਕੇ ਇਹ ਗੱਲ ਕਹਿਣਗੇ, ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਈ, ਓਏ ਲੈ ਜਾ ਰਹੇ ਓਏ ਲੈ ਗਾਡੇ, ਤੇਰੀ ਗੱਤ ਦੋਹੂ ਨਾ ਪਾਈ। ਬੁੱਤਾਂ ਦੇ ਅੱਗੇ ਸਿਰ ਨਵਾ ਕੇ ਟਾਈਮ ਖਰਾਬ ਕਰ ਲਿਆ, ਕੋਈ ਪ੍ਰਾਪਤੀ ਨਹੀਂ, ਕੋਈ ਆਊਟਪੁੱਟ ਨਹੀਂ। ਕੋਈ ਮਸੀਤੇ ਸਿਰ ਝੁਕਾ ਕੇ ਜ਼ਿੰਦਗੀ ਨਿਭਾ ਗਿਆ, ਕੋਈ ਸਾੜ ਕੇ ਮੁਰਦਿਆਂ ਨੂੰ, ਕੋਈ ਦੱਬ ਕੇ। ਇਸ ਚੀਜ਼ ਦਾ ਰੱਬ ਨਾਲ ਕੋਈ ਸੰਬੰਧ ਨਹੀਂ। ਹੁਣ ਲੋਕ ਬਰਦਾਸ਼ਤ ਕਰਨਗੇ ਜਦੋਂ ਕਬੀਰ ਸਾਹਿਬ ਇਹ ਖਰੀ ਗੱਲ ਕਹਿਣਗੇ, ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਮੁੱਲਾਂ ਦੇ ਸਾਹਮਣੇ ਖੜ ਕੇ ਕਬੀਰ ਕਹੇਗਾ ਵੀ ਤੂੰ ਕਹਿੰਦਾ ਮਸੀਤੇ ਹੀ ਰੱਬ ਵੱਸਦਾ, ਤੇ ਬਾਕੀ ਆ ਦੁਨੀਆ ਕਿਹਦੀ ਹੈ, ਸ੍ਰਿਸ਼ਟੀ ਕਿਹਦੀ, ਧਰਤੀ ਕਿਹਦੀ ਹੈ। ਹਿੰਦੂ ਮੂਰਤ ਨਾਮ ਨਿਵਾਸੀ ਕਹਿਣ ਲੱਗੇ, ਪੰਡਤ ਜੀ ਤੁਸੀਂ ਕਹਿੰਦੇ ਹੋ ਵੀ ਆ ਮੂਰਤੀ ਹੀ ਰੱਬ ਹੈ, ਤੇ ਜੇ ਕੱਲੀ ਮੂਰਤੀ ਰੱਬ ਹੈ ਤੇ ਫਿਰ ਆ ਤੁਰਿਆ ਫਿਰਦਾ ਸਾਰਾ ਜਗਤ ਦ੍ਰਿਸ਼ਮਾਨ ਅਦ੍ਰਿਸ਼ਟ ਜੋ ਵੀ ਹੈ ਇਹ ਕੀ ਹੈ ਫਿਰ? ਹੁਣ ਇਹ ਸੱਚ ਸੀ। ਕਬੀਰ ਸਾਹਿਬ ਨੇ ਕਿਹਾ, ਦੋਹੂ ਮੈਂ ਤਤ ਨਾ ਹੀਰਾ। ਤਤ ਦੀ ਗੱਲ ਮੈਨੂੰ ਨਾ ਉਹਦੇ ਵਿੱਚ ਦਿਸੀਏ ਜਿਹੜਾ ਕਹਿੰਦਾ ਕੱਲਾ ਅੱਲਾ ਮਸੀਤੇ ਵੱਸਦਾ, ਤੇ ਜਿਹੜਾ ਕਹਿੰਦਾ ਭਗਵਾਨ ਮੂਰਤੀ ਵਿੱਚ ਵੱਸਦਾ, ਤੱਤ ਦੀ ਗੱਲ ਉੱਥੇ ਵੀ ਨਹੀਂ। ਹੁਣ ਕਬੀਰ ਨੂੰ ਇਹ ਧਾਰਮਿਕ ਆਗੂ ਪੰਡਤ ਜੀ, ਮੁੱਲਾ ਜੀ ਬਰਦਾਸ਼ਤ ਕਰਨਗੇ? ਆਪੇ ਕਹਿਣਗੇ ਇਹਨੂੰ ਨਦੀ 'ਚ ਡੋਬੋ, ਉਹ ਤੇ ਕਹਿਣਗੇ ਇਹਨੂੰ ਹਾਥੀ ਥੱਲੇ ਲਤਾੜੋ, ਖਤਮ ਕਰੋ। ਹੁਣ ਕਬੀਰ ਸਾਹਿਬ ਜਦੋਂ ਮੁੱਲਾਂ ਦੇ ਸਾਹਮਣੇ ਖੜ ਕੇ ਇਹ ਗੱਲ ਕਹਿਣਗੇ, ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ। ਹੁਣ ਮੁੱਲਾ ਬਰਦਾਸ਼ਤ ਕਰੇਗਾ, ਉਹ ਕਹਿੰਦਾ ਪਹਿਲਾਂ ਇਹਨੂੰ ਗੋਲੀ ਮਾਰੋ, ਇਹਨੂੰ ਫਾਹੇ ਟੰਗੋ। ਜਦੋਂ ਬ੍ਰਾਹਮਣ ਦੇ ਸਾਹਮਣੇ ਕਬੀਰ ਇਹ ਗੱਲ ਕਹਿਣਗੇ ਵੀ ਕਬੀਰ ਬਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਹੀਂ, ਹੁਣ ਬ੍ਰਾਹਮਣ ਬਰਦਾਸ਼ਤ ਕਰੇਗਾ? ਉਹ ਤਾਂ ਕਹੇਗਾ ਇਹਨੂੰ ਖਤਮ ਕਰੋ, ਛੇਤੀ ਮੁਕਾ ਦਿਓ। ਕਬੀਰ ਸਾਹਿਬ ਜਦੋਂ ਅਖੌਤੀ ਧਰਮ ਕਰਮ ਕਾਂਡਾਂ ਤੇ ਚੋਟ ਕਰਨਗੇ, ਜਿਉਂਦੇ ਜੀ ਮਾਂ ਪਿਓ ਨੂੰ ਘੁੱਟ ਪਾਣੀ ਨਹੀਂ ਪੁੱਛਣਾ, ਸੇਵਾ ਨਹੀਂ ਕਰਨੀ, ਤੇ ਮਰਨ ਤੋਂ ਬਾਅਦ ਸਰਾਧ ਕਰਾਉਣ ਵਾਲਿਆ ਕੋਈ ਫਾਇਦਾ ਹੈ? ਜੀਵਤ ਪਿੱਤਰ ਨਾ ਮੰਨੇ ਕੋ ਮੂਏ। ਇਹ ਮੈਂ ਸਾਰੇ ਬਚਨ ਕਬੀਰ ਸਾਹਿਬ ਦੀ ਬਾਣੀ ਚੋਂ ਕੋਟ ਕਰ ਰਿਹਾ। ਆਣਾ ਮੈਂ ਆਪਣੇ ਸ਼ਬਦੀ ਵਿਚਾਰ ਸਿਰਫ ਭੂਮਿਕਾ ਵਜੋਂ ਤੁਹਾਨੂੰ ਬੇਨਤੀ ਕਰ ਰਿਹਾ। ਕਬੀਰ ਸਾਹਿਬ ਦੀ ਸ਼ਖਸੀਅਤ ਕਿੱਦਾਂ ਦੀ ਹੈ? ਉਹ ਸੱਚ ਸੁਣਾਏ ਸੀ, ਸੱਚ ਕੀ ਵੇਲਾ। ਹੁਣ ਕਬੀਰ ਨੂੰ ਕਿਵੇਂ ਲੋਕ ਬਰਦਾਸ਼ਤ ਕਰਨ ਜਦੋਂ ਸਾਹਮਣੇ ਖੜ ਕੇ ਕਬੀਰ ਇਹ ਗੱਲ ਕਹਿਣਗੇ ਵੀ ਛੋੜੈ ਅੰਨ करे पखंड ना सुहागण ना ओ रंड। कबीर बर्दाश्त हो जाएगा? लोग कहन आ भगवान है, तो उन्होंने ग्रंथों में ही लिखा हो भगवान तो मुश्किल बनी, भगवान भी एक दिन दुखी होया, तो कबीर सामने खड़ के कहन संकट नहीं परै, जोन नहीं आवे,
ਉਹ ਕਮਲਿਆ ਰੱਬ ਤੇ ਕੋਈ ਮੁਸ਼ਕਲ ਨਹੀਂ ਬਣਦੀ। ਬਾਣੀ 'ਚ ਉਦਾਹਰਨ ਦੇ ਤਾਂ ਸੌਖਾ ਸਮਝ ਆ ਜਾਏਗਾ। ਰੋਵੈ ਰਾਮ ਨਕਾਲਾ ਪਿਆ ਸੀਤਾ ਲਖਮਣ, ਭਗਵਾਨ ਤੇ ਮੁਸ਼ਕਲ ਬਣਦੀ, ਰੋਂਦਾ ਕਦੇ? ਸੰਕਟ ਨਹੀਂ ਪਰੇ। ਹੁਣ ਧਾਰਮਿਕ ਆਗੂ ਕਿੱਥੋਂ ਬਰਦਾਸ਼ਤ ਕਰੇਗਾ? ਦੂਜੀ ਗੱਲ, ਜੋਨ ਨਹੀਂ ਆਵੇ, ਉਹ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਨਾਮ ਨਿਰੰਜਨ ਜਾਂਕੋ ਰੇ, ਕਬੀਰ ਕੋ ਸੁਆਮੀ ਐਸੋ ਠਾਕੁਰ, ਜਾਂਕੋ ਮਾਈ ਨਾ ਬਾਪੂ ਰੇ। ਹੁਣ ਕਬੀਰ ਸਾਹਿਬ ਦਾ ਹੀ ਸ਼ਬਦ ਹੈ, ਤੁਮ ਜੋ ਕਹਿ ਤੋ ਨੰਦ ਕੋ ਨੰਦਨ, ਨੰਦ ਕੋ ਨੰਦਨ ਕਾਸੋ ਰੇ। ਤੂੰ ਕਹਿੰਦਾ ਭਗਵਾਨ ਦੇ ਬਾਪੂ ਦਾ ਨਾਂ ਨੰਦ ਸੀ, ਨੰਦ ਗਵਾਲਾ, ਤੇ ਉਹਦਾ ਵੀ ਕੋਈ ਬਾਪੂ ਹੋਏਗਾ? ਭਗਵਾਨ ਦਾ ਤੇ ਕੋਈ ਬਾਪੂ ਹੀ ਨਹੀਂ, ਭਗਵਾਨ ਦੀ ਤੇ ਕੋਈ ਮਾਂ ਹੀ ਨਹੀਂ ਗੀ, ਉਹ ਤੇ ਅਜੂਨੀ ਹੈ, ਉਹ ਮਾਂ ਬਾਪ ਤੋਂ ਰਹਿਤ ਹੈ, ਉਹ ਜੰਮਦਾ ਨਹੀਂ ਗਾ। ਹੁਣ ਕਬੀਰ ਸਾਹਿਬ ਨੂੰ ਇੱਦਾਂ ਦੇ ਧਾਰਮਿਕ ਲੋਕ ਕਦੇ ਬਰਦਾਸ਼ਤ ਕਰਨਗੇ? ਉਹ ਤੇ ਕਹਿਣਗੇ ਕਬੀਰ ਨੂੰ ਖਤਮ ਕਰ ਦਿਓ। ਅੱਜ ਦਾ ਵੀ ਜੋ ਸ਼ਬਦ ਹੈ ਉਹਦੇ ਅੰਦਰ ਵੀ ਕਬੀਰ ਸਾਹਿਬ ਨੇ ਕੌੜਾ ਸੱਚ ਸਾਹਮਣੇ ਰੱਖਿਆ, ਤੇ ਧਾਰਮਿਕ ਅਖੌਤੀ ਧਾਰਮਿਕ ਬੰਦਾ ਬਰਦਾਸ਼ਤ ਨਹੀਂ ਕਰ ਪਾਏਗਾ। ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ, ਅਧਿਆਤਮਵਾਦ ਦੇ ਰਸਤੇ 'ਤੇ ਚੱਲਣ ਦੇ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਜਾਣਨੀਆਂ ਚਾਹੀਦੀਆਂ ਨੇ। ਇੱਕ ਨੂੰ ਧਰਮ ਕਹਿੰਦੇ ਆ, ਇੱਕ ਨੂੰ ਭਰਮ ਕਹਿੰਦੇ ਆ। ਧਰਮ ਅਸੂਲ, ਤਰੀਕਾ ਜ਼ਿੰਦਗੀ ਜੀਣ ਦਾ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ, ਤੇ ਬਾਬੇ ਨੇ ਜਪਜੀ ਸਾਹਿਬ ਦੇ ਅੰਦਰ ਹੀ ਬੜੀ ਕਿਰਪਾ ਕੀਤੀ, ਤਰਸ ਕੀਤਾ, ਸਾਨੂੰ ਇਹ ਗੱਲ ਸਮਝਾਈ ਵੀ ਤੂੰ ਇੱਥੇ ਆਇਆ ਹੀ ਧਰਮ ਕਮਾਉਣ ਹੈ, ਧਰਮ ਕਮਾਉਣ ਹੈ। ਆਪਾਂ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਬਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮਸਾਲ ਦਾ ਅਰਥ ਹੁੰਦਾ ਹੈ ਜਿੱਥੇ ਧਰਮ ਕਮਾਇਆ ਜਾਣਾ ਹੋਵੇ, ਜਿੱਥੇ ਧਰਮ ਦੀ ਕਮਾਈ। ਹਾਲਾਂਕਿ ਇਤਿਹਾਸ ਪੜ੍ਹ ਕੇ ਵੇਖੋ, ਗੁਰਦੁਆਰਾ ਸਾਹਿਬ ਲਫ਼ਜ਼ ਬਾਅਦ ਵਿੱਚ ਆਇਆ ਪੰਚਮ ਪਾਤਸ਼ਾਹ ਦੇ ਵੇਲੇ 'ਤੇ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਪੰਚਮ ਪਾਤਸ਼ਾਹ ਵੇਲੇ ਤੱਕ ਇਹਨਾਂ ਅਸਥਾਨਾਂ ਨੂੰ ਧਰਮਸ਼ਾਲਾ ਹੀ ਕਿਹਾ ਜਾਂਦਾ ਸੀ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹ ਲਓ, ਉਹ ਤੇ ਘਰ ਘਰ ਅੰਦਰ ਧਰਮਸ਼ਾਲ ਦੀ ਗੱਲ ਵੀ ਕਰਨਗੇ। ਧਰਮਸ਼ਾਲ ਦਾ ਅਰਥ ਹੈ ਜਿੱਥੇ ਧਰਮ ਕਮਾਇਆ ਜਾਣਾ। ਇਹ ਸਾਰੀ ਧਰਤੀ ਨੂੰ ਗੁਰੂ ਨਾਨਕ ਸਾਹਿਬ ਨੇ ਧਰਮਸ਼ਾਲਾ ਕਿਹਾ। ਇੱਥੇ ਆਣ ਕੇ ਤੂੰ ਧਰਮ ਦੀ ਕਮਾਈ ਕਰਨੀ ਸੀ, ਧਰਮ ਕਮਾਉਣਾ ਸੀ। ਮੁਸੀਬਤ ਇਹ ਹੈ, ਬੰਦਾ ਧਰਮੀ ਸਦਵਾਉਣਾ ਚਾਹੁੰਦਾ ਹੈ, ਧਰਮੀ ਬਣਨਾ ਨਹੀਂ ਜੇ ਚਾਹੁੰਦਾ। ਅੱਜ ਜਿਹੜਾ ਸ਼ਬਦ ਹੈ ਨਾ, ਉਹਦੇ ਅੰਦਰ ਇਹੋ ਕੁਛ ਹੀ ਹੈ। ਉਹਦੇ ਅੰਦਰ ਕਬੀਰ ਸਾਹਿਬ ਉਹ ਚੋਟਾ ਕਰਨਗੇ ਵੀ ਤੂੰ ਬਾਹਰੋਂ ਭੇਖ ਕਰਕੇ ਧਰਮੀ ਬਣਨਾ ਚਾਹੁੰਦਾ, ਅੰਦਰੋਂ ਨਹੀਂ ਧਰਮੀ ਬਣਨਾ ਚਾਹੁੰਦਾ। ਧਰਮੀ ਬਣਨਾ ਸੀ, ਪਰ ਬੰਦਾ ਧਰਮ ਨੂੰ ਤਿਆਗਦਾ ਆਣ ਕੇ। ਜਦੋਂ ਕਬੀਰ ਸਾਹਿਬ ਦੇ ਬੋਲ ਪੜ੍ਹਦੇ ਆ ਨਾ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਪੇਟ ਭਰਿਓ ਪਸ਼ੂਆਂ ਜੋ ਸੋਇਓ ਮਾਨੁਖ ਜਨਮ ਹੈ, ਹਾਰਿਓ ਸਾਧ ਸੰਗਤ ਕਬਹੂ ਨ ਕੀਨੀ, ਰਚਿਓ ਧੰਦੇ ਝੂਠ, ਸਵਾਨ ਸੂਕਰ ਬਾਇਸ ਜਮੇ ਭਟਕਤ ਚਾਲਿਓ ਊਠ, ਆਪਸ ਕੋ ਦੀਰ ਕਰ ਜਾਣੇ ਔਰ ਨੂੰ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜ਼ਕ ਜਾਤ, ਕਾਮੀ ਕ੍ਰੋਧੀ ਚਾਤਰੀ ਬਾਜੀ ਗਰਬੇ ਬਾਕ, ਨਿੰਦਾ ਕਰਤੇ ਜਨਮ ਸਰਾਨੋ ਕਬੂ ਨਾ ਸਿਮਰਿਓ ਰਾਮ। ਧਰਮ ਨੂੰ ਤੇ ਵਿਸਾਰਦਾ। ਹਾਂ, ਧਾਰਮਿਕ ਪਹਿਰਾਵਾ ਜ਼ਰੂਰ ਪਾਉਣਾ ਚਾਹੁੰਦਾ ਹੈ, ਉੱਤੋਂ ਲੱਗਾ ਵੀ ਮੈਂ ਧਾਰਮਿਕ ਹਾਂ, ਮੈਂ ਧਾਰਮਿਕ ਹਾਂ, ਦੁਨੀਆ ਨੂੰ ਲੱਗੇ ਮੈਂ ਧਾਰਮਿਕ ਹਾਂ। ਇਹਨੂੰ ਭਰਮ ਕਿਹਾ ਜਾਂਦਾ। ਭਰਮ ਹੈ ਨਹੀਂ, ਮੈਂ ਭੁਲੇਖੇ 'ਚ, ਬੜੇ ਵੱਡੇ ਭੁਲੇਖੇ ਵਿੱਚ ਆ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਜਦੋਂ ਭਰਮ ਦੀ ਵਿਆਖਿਆ ਕਰਦੀ ਹੈ ਨਾ, ਫਿਰ ਸਤਿਗੁਰੂ ਦੀ ਬਾਣੀ ਇਹ ਵੀ ਗੱਲ ਕਹਿੰਦੀ ਏ, ਭਰਮੇ ਭੂਲਾ ਤਤ ਨਾ ਜਾਣੈ। ਥੋੜ੍ਹੀ ਜਿਹੀ ਬੇਨਤੀ ਕਰਦੇ ਆ, ਮੈਂ ਇਹ ਸਾਰਾ ਕੁਝ ਕਿਉਂ ਤੁਹਾਡੇ ਸਨਮੁਖ ਰੱਖ ਰਿਹਾ, ਕਿਉਂਕਿ ਭਰਮ ਹੈ ਵੀ ਨੰਗੇ ਰਹਿ ਕੇ ਰੱਬ ਪਾਇਆ ਜਾ ਸਕਦਾ ਹੈ। ਭਰਮ ਹੈ ਸਿਰ ਨੂੰ ਰੁੰਡ ਮੁੰਡ ਕੀਤਿਆਂ ਟਿੰਡ ਕਢਾਇਆ ਰੱਬ ਪਾਇਆ ਜਾ ਸਕਦਾ ਹੈ। ਭਰਮ ਹੈ ਜਤੀ ਸਤੀ ਰਿਆਂ ਵਿਆਹ ਨਾ ਕਰਾ ਕੇ ਰੱਬ ਨੂੰ ਮਿਲਿਆ ਜਾ ਸਕਦਾ। ਕਬੀਰ ਸਾਹਿਬ ਇਹ ਭਰਮ ਕੱਢ ਰਹੇ ਸਾਡਾ ਅੱਜ ਦੇ ਸ਼ਬਦ ਅੰਦਰ। ਹੁਣ ਬੰਦੇ ਅੰਦਰ ਇੱਕ ਭਰਮ ਹੈ, ਭੁਲੇਖਾ ਹੈ। ਧਰਮ ਕਮਾਉਣ ਦੀ ਜਗ੍ਹਾ ਭਰਮ ਪਾਲਣ ਡਿਆ ਹੈ। ਭਰਮ ਇੱਕ ਵੱਡਾ ਭੁਲੇਖਾ। ਬਾਣੀ ਨੇ ਕਿਹਾ
ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਮੂਰਖ ਬੰਦਾ ਭਰਮਾਂ ਵਿੱਚ ਪੈ ਕੇ ਆਪਣੀ ਏਡੇ ਸੋਹਣੇ ਕੀਮਤੀ ਮਨੁੱਖਾ ਜਨਮ ਨੂੰ, ਬਾਜੀ ਨੂੰ ਹਾਰ ਜਾਂਦਾ, ਅਜਾਈਂ ਗਵਾ ਜਾਂਦਾ, ਅਜਾਈਂ ਗਵਾ ਜਾਂਦਾ ਏ। ਭਰਮ ਵਿੱਚ ਪੈ ਕੇ, ਭੁਲੇਖੇ ਵਿੱਚ ਪੈ ਕੇ। ਬੰਦੇ ਅੰਦਰ ਭਰਮ ਹੈ ਵੀ ਬਾਹਰੋਂ ਧਾਰਮਿਕ ਅਖੌਤੀ ਨਿਸ਼ਾਨੀਆਂ ਪਾ ਲਾਂ ਤੇ ਲੋਕਾਂ ਨੂੰ ਲੱਗੇ ਮੈਂ ਧਾਰਮਿਕ ਹਾਂ, ਮੈਂ ਧਾਰਮਿਕ ਹਾਂ, ਬਾਹਰੋਂ ਨਿਸ਼ਾਨੀਆਂ ਪਾ ਕੇ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਇਹ ਸਾਡਾ ਭਰਮ ਕੱਢਿਆ। ਗੁਰੂ ਨਾਨਕ ਸਾਹਿਬ ਜਦੋਂ ਜੋਗੀਆਂ ਕੋਲ ਜਾਂਦੇ ਨੇ ਨਾ, ਤੇ ਜੋਗੀਆਂ ਨੂੰ ਸਾਫ਼ ਦੱਸਦੇ ਨੇ, ਆ ਜਿਹੜਾ ਤੁਹਾਡਾ ਬਾਹਰਲਾ ਧਾਰਮਿਕ ਲਿਬਾਸ ਹੈ ਨਾ, ਇਹ ਧਰਮ ਨਹੀਂ ਗਾ। ਹਾਂ, ਸਾਧਨ ਹੋ ਸਕਦਾ ਕਮਾਉਣ ਦੇ ਲਈ, ਪਰ ਜੋ ਤੁਸੀਂ ਸੋਚਦੇ ਹੋ ਨਾ, ਇਹ ਧਰਮ ਨਹੀਂ। ਗੁਰੂ ਨਾਨਕ ਸਾਹਿਬ ਦਾ ਸ਼ਬਦ ਤੁਸੀਂ ਪੜ੍ਹਦੇ ਸੁਣਦੇ ਰਹੇ ਹੋ, ਜੋਗ ਨਾ ਖਿੰਥਾ, ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਐ, ਜੋਗ ਨਾ ਸਿੰਘੀ, ਜੋਗ ਨਾ ਮੁੰਦੀ ਮੂੰਡ ਮਡਾਏ, ਜੋਗ ਨਾ ਸਿੰਘੀ ਬਾਈਐ। ਹੁਣ ਬਾਹਰੋਂ ਜੋਗੀ ਨੇ ਗੋਦੜੀ ਜੀ ਪਾਈ ਹੁੰਦੀ, ਸਾਹਿਬ ਕਹਿਣ ਲੱਗੇ ਨਹੀਂ, ਇਹ ਧਰਮ ਨਹੀਂ ਗਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ। ਜੋਗੀ ਹੱਥ ਵਿੱਚ ਇੱਕ ਡੰਡਾ ਵੀ ਫੜਦਾ, ਉਹਦੇ ਲਈ ਤੇ ਹੈ, ਉਹ ਸੋਚਦਾ ਵੀ ਮੈਂ ਧਾਰਮਿਕ ਬਣਾਂਗਾ। ਕਹਿਣ ਲੱਗੇ ਨਹੀਂ, ਜੋਗ ਨਾ ਭਸਮ ਚੜਾਈਏ, ਪਿੰਡੇ ਉੱਤੇ ਸਵਾਹ ਮਲਣ ਨਾਲ, ਕੱਪੜੇ ਲਾਉਣ ਦੇ ਨਾਲ ਸੋਚੇ ਵੀ ਤੂੰ ਰੱਬ ਨੂੰ ਮੇਲ ਕਰ ਲਏਗਾ, ਮਿਲਾਪ ਕਰ ਲਏਗਾ, ਇਹ ਭੁਲੇਖਾ ਹੋਏਗਾ ਤੇਰੇ ਅੰਦਰ। ਜੋਗ ਨਾ ਮੁੰਦੀ ਮੂੰਦ ਮਡਾਏ, ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਲੋਕੀ ਕਹਿੰਦੇ ਸੀ ਜੋਗੀ ਬਣ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਹੀਂ, ਬਾਹਰਲਾ ਭੇਖ ਹੈ। ਮੂੰਡ ਮਡਾਏ, ਟਿੰਡ ਕਢਾਉਣ ਦੇ ਨਾਲ। ਜੋਗ ਨਾ ਸਿੰਘੀ ਵਾਈਏ, ਜਾਨਵਰ ਦੇ ਸਿੰਘ ਤੋਂ ਬਣਿਆ ਇੱਕ ਸਾਜ਼ ਜਿਹਨੂੰ ਜੋਗੀ ਲੋਕ ਵਜਾਉਂਦੇ ਨੇ, ਉਹ ਕੋਲ ਰੱਖਦੇ ਨੇ ਹਮੇਸ਼ਾ ਇਹ ਚੀਜ਼ਾਂ। ਤੇ ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਭੇਖ ਹੈ, ਬਾਹਰਲਾ। ਥੋੜਾ ਨੇੜੇ ਕਰਾਂ ਹੋਰ। ਜਪਜੀ ਸਾਹਿਬ ਦੀ ਬਾਣੀ ਹਰ ਸਿੱਖ ਲਈ ਪੜ੍ਹਨਾ ਲਾਜ਼ਮੀ ਹੈ, ਜ਼ਰੂਰੀ, ਕਿਉਂਕਿ ਅੱਜ ਭੇਖ ਦੀ ਗੱਲ ਚੱਲਣੀ ਹੈ। ਤੇ ਜਪਜੀ ਸਾਹਿਬ ਦੇ ਅੰਦਰ ਆਪਾਂ ਰੋਜ਼ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਉੱਥੇ ਵੀ ਜੋਗੀ ਨੂੰ ਕਹਿੰਦੇ ਨੇ ਵੀ ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੈ ਬਪੂਤ ਖਿੰਥਾ ਕਾਲ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਹੁਣ ਇਹਨੂੰ ਧਿਆਨ ਨਾਲ ਪੜ੍ਹ ਲਓ। ਜੋਗੀ ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਸੋਚਦਾ ਸੀ ਮੈਂ ਧਰਮੀ ਬਣ ਗਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਕੰਨ ਪਾੜ ਕੇ ਮੁੰਦਰਾਂ ਪਾਉਣ ਦੀ ਜਗ੍ਹਾ ਤੇਰੇ ਅੰਦਰ ਸਬਰ ਸੰਤੋਖ ਵਾਲਾ ਗੁਣ, ਇਹ ਮੁੰਦਰਾਂ ਹੋਣ, ਇਹ ਮੁੰਦਰਾਂ ਹੋਣ। ਮੁੰਦਾ ਸੰਤੋਖ, ਜਿੰਨੇ ਮਰਜ਼ੀ ਕੰਨ ਪੜਾ ਕੇ ਮੁੰਦਰਾਂ ਸੋਨੇ ਦੀਆਂ ਪਾ ਲਾ, ਕੱਚ ਦੀਆਂ ਪਾ ਲਾ, ਕਿਸੇ ਹੋਰ ਧਾਤ ਦੀਆਂ ਪਾ ਲਾ, ਜੇ ਅੰਦਰ ਸੰਤੋਖ ਨਹੀਂ ਤੇ ਮੁੰਦਰਾਂ ਕੋਈ ਮਾਇਨੇ ਰੱਖਦੀਆਂ। ਸ਼ਰਮ ਪਤ ਝੋਲੀ, ਜਿਹਦੇ ਵਿੱਚ ਥੋੜਾ ਬਹੁਤਾ ਸਮਾਨ ਪਾਉਣਾ, ਜੋਗੀ ਨੇ ਝੋਲੀ ਬਣਾ ਕੇ ਰੱਖੀਏ। ਰੱਬੀ ਮਿਹਨਤ ਨੂੰ, ਨਾਮ ਜਪਣ ਸਿਮਰਨ ਕਰਨ ਦੀ ਮਿਹਨਤ ਨੂੰ ਤੂੰ ਝੋਲੀ ਬਣਾ। ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੈ ਬੈਭੂਤ। ਪਿੰਡੇ ਤੇ ਸਵਾਹ ਮਲਣ ਦੀ ਲੋੜ ਨਹੀਂ ਵੀ ਬਾਹਰੋਂ ਲੱਗੇ ਤੂੰ ਧਾਰਮਿਕ ਹੈ। ਤੇਰੀ ਸੁਰਤ ਵਾਹਿਗੁਰੂ ਜੀ ਦੇ ਨਾਲ ਜੁੜੀ ਹੋਵੇ, ਹਰ ਵਕਤ ਉੱਠਦਿਆਂ ਬਹਿੰਦਿਆਂ, ਊਠਤ ਬੈਠਤ ਸੋਵਤ ਨਾਮ ਹੋ ਜਾਏ। ਧਿਆਨ ਕੀ ਕਰੈ ਬਪੂਤ, ਤੇਰਾ ਧਿਆਨ ਵਾਹਿਗੁਰੂ ਨਾਲ ਜੁੜ ਜਾਏ, ਤੇਰੇ ਲਈ ਇਹੀ ਵਿਭੂਤੀ। ਪਿੰਡੇ ਦੇ ਬਾਹਰਲੀ ਨਿਸ਼ਾਨੀ ਦੀ ਲੋੜ ਹੀ ਨਹੀਂ ਰਹੇਗੀ। ਖਿੰਥਾ ਕਾਲ, ਗੋਦੜੀ ਜੀ ਕੋਲ ਰੱਖਦਾ ਜੋਗੀ। ਮੌਤ ਦਾ ਭੈ, ਮੌਤ ਦਾ ਡਰ ਹੀ ਤੇਰੇ ਲਈ ਗੋਦੜੀ ਹੋਵੇ। ਇਹ ਗੱਲ ਯਾਦ ਰੱਖਣਾ, ਜਿਹਦੇ ਅੰਦਰ ਮੌਤ ਦਾ ਡਰ ਹੋਵੇ, ਇੱਕ ਦਿਨ ਮਰ ਜਾਣਾ ਉਹ ਬੰਦਾ ਮਾੜੇ ਕਰਮਾਂ ਤੋਂ ਬਾਜ ਆ ਜਾਏਗਾ। ਪਤਾ ਵੀ ਇੱਕ ਦਿਨ ਜਾਣਾ ਹੈ, ਕਿਉਂ ਉਹ ਕਰਮ ਪਿਆ ਕਰਦਾ। ਖਿੰਥਾ ਕਾਲ, ਕੁਆਰੀ ਕਾਇਆ ਜੁਗਤ। ਕੁਆਰੀ ਕਾਇਆ, ਕੋਰਾ ਘੜਾ ਕਹਿੰਦੇ ਹੁੰਦੇ ਸੀ ਲੈ ਕੇ। ਕੋਰਾ ਘੜਾ, ਜਿਹੜਾ ਘੜਾ ਵਰਤਿਆ ਨਾ ਹੋਵੇ, ਅਨਟੱਚ ਹੋਵੇ। ਕੁਆਰੀ ਕਾਇਆ, ਜਿਹੜਾ ਵਿਕਾਰਾਂ ਤੋਂ ਆਪਣੇ ਆਪਣੀ ਕਾਇਆ ਨੂੰ, ਸਰੀਰ ਨੂੰ ਬਚਾ ਕੇ ਰੱਖੇ, ਉਹਨੂੰ ਕਹਿੰਦੇ ਨੇ ਕੁਆਰੀ ਕਾਇਆ। ਜੋਗੀ ਆਪਣੀ ਕਾਇਆ, ਆਪਣੇ ਤਨ ਨੂੰ, ਦੇਹੀ ਨੂੰ ਵਿਕਾਰਾਂ ਤੋਂ ਬਚਾ ਕੇ ਰੱਖ। ਅਸਲ ਵਿੱਚ ਆਹ ਸੀ ਕੁਆਰੀ ਕਾਇਆ। ਡੰਡਾ ਪ੍ਰਤੀਤ, ਰੱਬ ਤੇ ਵਿਸ਼ਵਾਸ, ਅਟਲ ਭਰੋਸਾ ਹੀ ਤੇਰੇ ਲਈ ਡੰਡਾ ਹੋਵੇ। ਫਿਰ ਬਾਹਰਲੇ ਵਿਖਾਵੇ ਵਾਲੇ ਭੇਖ ਸਾਰੇ ਮੁੱਕ ਜਾਣਗੇ, ਮੁੱਕ ਜਾਣਗੇ। ਮੁਸੀਬਤ ਇਹ ਹੈ, ਬੰਦੇ ਨੇ ਜ਼ਿੰਦਗੀ 'ਚ ਸਾਰਾ ਜ਼ੋਰ ਹੀ ਬਾਹਰਲੇ ਦਿਖਾਵੇ ਤੇ ਲਾ ਦਿੱਤਾ। ਇਹ ਬਾਹਰੋਂ ਲੱਗਾ ਮੈਂ ਧਾਰਮਿਕ ਹਾਂ, ਬਣਨ ਦੀ ਲੋੜ ਨਹੀਂ ਸੀ, ਬਣਨ ਦੀ ਲੋੜ ਨਹੀਂ। ਗੁਰੂ ਸਾਹਿਬ ਨੇ
आख्या नहीं धार्मिक बनना पैगा। जो अज का शब्द मैं पहला तुहानूं रहाओ वाली पंक्ति की बेनती करदे फिर मेरी सारी गलबात तुहानूं किस संदर्भ में मैं कह रहा वो समझ आ जाएगी। रहाओ वाली पंक्ति है, क्या नांगे क्या बांधे चाम जब नी चीनस आत्म राम। पिंडे ते भावें कपड़े पाला चम बन ला चाहे नंगा हो जा, जिन्ना चिर रब की पहचान नहीं ना होई ये सब कुछ व्यर्थ है। बाहरली चीज़ सारी कर्मकांड एक भेख एक दिखावा रह जाएगा। शब्द अज का इत्थे खड़ा, जब नी चीनस आत्म राम। जिन्ना चिर तू रब की पहचान नहीं करेगा आ बाहरले जिन्ने भी लिबास ने सब अखौती हो जाएंगे, दिखावे मात्र रह जाएंगे। रब नूं चीनेगा मतलब पछाणेगा नहीं गा। रब की पहचान कर। मसला खड़ा हो गया, जब नी चीनस आत्म राम। रब नूं किदां पछाणीए जी? रब बारे तो बाणी कहती है, रूप न रेख न रंग किश त्रै गुण ते प्रभ भिन्न। रब की तो कोई शक्ल सूरत है ही नहीं, रब का तो कोई रूप रंग है ही नहीं गा। ना संखं ना चक्रं ना गदा ना श्यामं आश्चर्य रूपं रहंत जन्मं। वो रब कोल कोई हथियार नहीं भी, एक बांह में उन्हें गुरज फड़ी हुई है, एक बन्ने सुदर्शन चक्कर फड़िया होया सांवले जे रंग का वो रब है। कहने लगे नहीं नहीं, आश्चर्य रूपं रहंत जन्मं। रब ते रूप रंग तो परे है, शक्ल सूरत तो परे। असी ते नितनेम करते रोज पढ़ते हैं ना, चक्कर चिन्ह अर बरन जात अर पात नहीं जय, रूप रंग अर रेख भेख को कह ना सकत। रब दे बारे कौन बयान करेगा? हुण मसला ये है भी रब नूं चीनीए पछाणीए किदां? जो रब की कोई शक्ल सूरत ही नहीं गी, वो दिसदा ही नहीं, कोरे रंग का काले रंग का, उच्चा कद काठ है या छोटा जिहा है, मोटा है पतला है, वाहिगुरू है किदां दा, उहदा शरीर किदां दा है? कोई चक्कर चिन्ह है ही नहीं, तो पछाण कितों हो जाएगी? मसला इत्थे आण के खड़ गया। कबीर साहब कहने लगे, जब नी चीनस आत्म राम। जिन्ना चਿਰ रब की पछाण नहीं ना करेगा, ये तेरे धार्मिक लिबास सारे व्यर्थ ने, सारे व्यर्थ ने। हुण रब नूं पछाणना, गुरु नानक साहब ने साडे ते बड़ी किरपा की, बड़ी किरपा की। रब की पछाण दसी जी, तुसीं रोज़ पढ़ते हो, ये गल बखरी है भी असी पाठ रूप में कई बारी मंत्र रटन रूप में पढ़ जाइदा, क्योंकि सानू क्या ही है गया भी इनू 1.25 लाख वारी पढ़ो या इन्ने हज़ार वारी पढ़ो, गिणतियां के चक्करां च पाया गया, विचारन की गल ही नहीं आखी गई। गुरु नानक साहब ने बाणी की आरंभता की जिथे आपां कहते हैं भी इनू मूल मंत्र आख्या जाता, और गुरु ग्रंथ साहब पातशाह के अंदर 33 वारी संपूर्ण रूप में, 550 वारी वख-वख रूपां अंदर मूल मंत्र गुरु ग्रंथ साहब की बाणी च दर्ज होवे, वख-वख रूप 550 वारी, 33 वारी संपूर्ण रूप अंदर। तो मूल की है? मूल नूं तत्त कहने आ, उही तो रब है ना। रब की पहचान कराई। रब की पहचान की है? तो जदों असीं पढ़दे हां एक ओंकार, वो एक है। पहचान रब की वल ध्यान देना जी। रब की पहचान, रब किदां पछाणिया जाएगा? कहण लगे रब नूं पछाणना, आ तैनूं दसां, वो एक ते है ही, ਉਹਦੀ पछाण है ओंकार, वो सारियां दे विच वसिया होया है, वो सारियां दे विच वसिया इक्को ही। ते बंदा मूर्ति च वेखदा फिरदा, कोई एक थां टिकाणे वेखदा भी इत्थे रब रहिंदा, कहण लगे नहीं, वो ते ओंकार वो सारियां दे विच, उत्थे जरे जरे अंदर वसदा है। सच जानना जिहदे अंदरों भरम निकल गया, जिन्हें धर्म नूं कमाया ना, वो बंदा ओंकार दे राही सारियां विच रब देखेगा। ओनू ते ये समझ आ जाएगी, फरीदा खालक खलक में खलक बसै, रब माहे मंदा किस नूं आखिए, जां तिस बिन कोई नहीं। रब तो सारियां दे विच वसदा, रब ही तो तुरिया फिरदा, जो कर रहा रब ही तो कर रहा ना। जब नहीं चीनस, जिन्ना चिर तू पहचान नहीं करता, ये धार्मिक लिबास व्यर्थ हो जाएगा। धर्मी बन गया, जिदन रब की पहचान हो गई ना, उदन इनू समझ आ जानी सभै घट राम बोलै, रामा बोलै, राम बिना को बोलै रे। उदन ते समझ आनी एकल माटी कुंजर चीटी भांजन है वो नाना रे। नाना लफ्ज नहीं पढ़ना, अखर वही है, नन्ने नू करना, नन्ने नू करना। उचारण गुरबाणी की संथ्या लैनी इसे लिए तो जरूरी है ना। नाना का अर्थ हुंदा अनेक, बहुत।
ਨਾਨੇ ਦਾ ਅਰਥ ਹੁੰਦਾ ਸਾਡੀ ਮਾਤਾ ਦਾ ਡੈਡੀ, ਬਾਪੂ, ਜਿਹਨੂੰ ਆਪਾਂ ਨਾਨਾ ਜੀ ਕਹਿੰਦੇ ਆ। ਭਾਂਜਨ ਹੈ ਉਹ ਨਾਨਾ ਰੇ, ਮਿੱਟੀ ਇੱਕੋ ਹੀ ਏ, ਭਾਂਡੇ ਵੱਖਰੇ ਵੱਖਰੇ ਨੇ। ਭਾਂਡਾ ਕੋਈ ਚਮਚੇ ਦੇ ਰੂਪ 'ਚ ਹੋ ਸਕਦਾ, ਕੋਈ ਕੜਛੀ ਦੇ ਰੂਪ 'ਚ ਹੋ ਸਕਦਾ, ਕੋਈ ਕੌਲੀ ਦੇ ਰੂਪ ਵਿੱਚ ਹੋ ਸਕਦਾ, ਕੋਈ ਭਾਂਡੇ ਵੱਡੇ ਘੜੇ ਦੇ ਰੂਪ ਵਿੱਚ ਵੀ ਹੋ ਸਕਦਾ। ਮਿੱਟੀ ਇੱਕ ਮਟੀਰੀਅਲ ਇੱਕੋ ਏ। ਕਬੀਰ ਬਾਣੀ ਨੇ ਤੇ ਸੌਖੀ ਉਦਾਹਰਨ ਦਿੱਤੀ, ਕਹਿਣ ਲੱਗੇ ਇੱਕ ਭਾਂਡਾ ਕੀੜੀ ਦੇ ਰੂਪ 'ਚ ਨਿੱਕਾ ਜਿਹਾ ਹੋ ਸਕਦਾ, ਇੱਕ ਭਾਂਡਾ ਹਾਥੀ ਦੇ ਰੂਪ 'ਚ ਵੱਡਾ ਹੋ ਸਕਦਾ। ਇਕਲ ਮਾਟੀ ਕੁੰਜਰ ਚੀਟੀ, ਕੁੰਜਰ ਕਹਿੰਦੇ ਨੇ ਕੁੰਚਰ ਹਾਥੀ, ਚੀਟੀ ਦਾ ਮਤਲਬ ਕੀੜੀ। ਭਾਂਜਨ ਹੈ ਉਹ ਨਾਨਾ ਰੇ, ਇਹ ਗੱਲ ਸਮਝ ਕੇ ਨੂੰ ਆਉਣੀ ਹੈ ਜਿਹੜਾ ਕਹੇਗਾ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ। ਇਹ ਰੱਬ ਦੀ ਜਬ ਨੇ ਚੀਨਸ ਆਤਮ ਰਾਮ, ਜਿੰਨਾ ਚਿਰ ਉਹਨੂੰ ਪਹਿਚਾਣੇਗਾ ਨਹੀਂ, ਬਾਹਰੋਂ ਜਿੰਨਾ ਮਰਜ਼ੀ ਲਿਬਾਸ ਵਾਲਾ ਬਣ ਜਾ, ਜਿਹਨੇ ਰੱਬ ਦੀ ਪਹਿਚਾਣ ਕਰਨੀ, ਬਾਣੀ ਪੜ੍ਹੇਗਾ ਨਾ, ਉਹਨੂੰ ਤੇ ਬਾਬਾ ਨਾਮਦੇਵ ਕਹਿਣਗੇ ਆ ਤੈਨੂੰ ਰੱਬ ਦੀ ਪਹਿਚਾਣ ਕਰਾਵਾਂ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਹੈਗਾ ਇੱਕੋ ਹੀ ਏ। ਅਨੇਕਾਂ ਵਿੱਚ ਏਕ, ਅਨੇਕ ਵਿਆਪਕ ਪੂਰਕ, ਸਾਰਿਆਂ ਵਿੱਚ ਪੂਰਿਆ ਹੋਇਆ, ਰਮਿਆ ਹੋਇਆ। ਤੇ ਬਾਬਾ ਨਾਮਦੇਵ ਕਹਿਣ ਲੱਗੇ ਮੈਂ ਤਾਂ ਜਦੋਂ ਦੇਖਦਾ ਮੈਨੂੰ ਤੇ ਸਭ ਪਾਸੇ ਉਹੀ ਦਿਸਦਾ, ਦੂਜਾ ਦੀਂਦਾ ਹੀ ਕੋਈ ਨਹੀਂ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਮੋਹਤ ਬਿਰਲਾ ਬੂਝੈ ਕੋਈ। ਮਾਇਆ ਦੇ ਕੌਤਕ ਤਮਾਸ਼ਿਆਂ ਵਿੱਚ ਉਲਝ ਕੇ ਫਸ ਕੇ ਬੰਦੇ ਨੂੰ ਸਾਰਿਆਂ 'ਚ ਰੱਬ ਨਹੀਂ ਜਦੀਂਦਾ ਹੈਗਾ, ਸਿਰਫ ਸਭ ਪਾਸੇ ਮਾਇਆ ਹੀ ਮਾਇਆ। ਮਾਇਆ ਚਿੱਤਰ ਬਚਿੱਤਰ ਬਮੋਹਤ ਬਿਰਲਾ ਬੂਝੈ ਕੋਈ। ਜਿੱਦਣ ਸਮਝ ਆ ਜੀ ਨਾ ਧਰਮ ਕਮਾਉਣ ਦੀ, ਉਦਣ ਅੰਦਰੋਂ ਆਵਾਜ਼ ਨਿਕਲੇਗੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਦਣ ਸਮਝ ਆ ਜਾਏਗੀ ਸੂਤ ਏਕ, ਮਨ ਸਤ ਸੰਸ ਜੈਸੇ, ਓਤ ਪੋਤ ਪ੍ਰਭ ਸੋਈ। ਸੂਤ ਏਕ, ਮਨ ਕੇ ਬਹੁਤ ਨੇ ਮਾਲਿਆ ਦੇ। ਮਾਲਾ ਆਪਾਂ ਵੇਖਦੇ ਆ ਨਾ, ਪਖੰਡੀਆਂ ਨੇ ਤਾਂ ਵੀ 108 ਮਣਕਿਆਂ ਦੀ ਮਾਲਾ ਬਣਾਤੀ, 1008 ਪਤਾ ਨਹੀਂ ਗਾਂ ਦੀ ਗਾਂ, ਜਿੰਨੀ ਮਰਜ਼ੀ ਮਣਕੇ ਬੇਅੰਤ ਹੋ ਸਕਦੇ ਨੇ। ਬਾਣੀ ਕਹਿਣ ਲੱਗੀ, ਬਾਬਾ ਨਾਮਦੇਵ ਕਹਿਣ ਲੱਗੇ ਧਾਗਾ ਤਾਂ ਵਿੱਚ ਇੱਕੋ ਹੀ ਹੈ ਨਾ। ਮਣਕੇ ਦਾ ਤੇ ਸਾਈਜ਼ ਵੀ ਵੱਖਰਾ ਹੋ ਸਕਦਾ, ਕੋਈ ਛੋਟਾ ਹੋ ਸਕਦਾ ਤੇ ਕੋਈ ਮੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਵੱਡਾ ਛੋਟਾ ਮਣਕਾ ਹੋ ਸਕਦਾ। ਸਰੀਰ ਵੱਖ-ਵੱਖ ਹੋ ਸਕਦੇ ਨੇ, ਬੰਦਿਆਂ, ਜਾਨਵਰਾਂ, ਕੀੜਿਆਂ ਪਤੰਗਿਆਂ ਦੇ ਵੱਡੇ ਛੋਟੇ, ਪਰ ਜੋਤ ਧਾਗਾ ਵਿੱਚ ਇੱਕੋ ਹੀ ਹੈ, ਸੂਤ ਏਕ। ਮੈਂ ਇੱਥੇ ਰੁਕਿਆ, ਜਬ ਨੀ ਚੀਨਸ, ਜਿੰਨਾ ਚਿਰ ਤੂੰ ਰੱਬ ਨੂੰ ਪਛਾਣਦਾ ਨਹੀਂ ਵੀ ਰੱਬ ਹੈ ਕੀ, ਰੱਬ ਰਹਿੰਦਾ ਕਿੱਥੇ, ਰੱਬ ਵੱਸਦਾ ਕਿੱਥੇ ਹੈ, ਰੱਬ ਦੀ ਪਛਾਣ ਉਹ ਇਹ ਹੈ ਜਿਵੇਂ ਮਣਕੇ ਬੇਅੰਤ ਨੇ, ਵੱਡੇ ਛੋਟੇ ਨੇ। ਹਾਂ ਰੰਗ ਵੱਖਰਾ, ਕਾਲਾ ਚਿੱਟਾ ਹੋ ਸਕਦਾ, ਨੀਲਾ ਪੀਲਾ ਹੋ ਸਕਦਾ, ਮਣਕਾ ਵੱਡਾ ਛੋਟਾ ਹੋਏਗਾ, ਪਰ ਧਾਗਾ ਇੱਕੋ। ਸੂਤ ਏਕ, ਮਨ ਸਤ ਸੰਸ ਜੈਸੇ, ਸਤ ਸੰਸ, ਸਤ ਦਾ ਅਰਥ ਹੁੰਦਾ ਸੈਂਕੜੇ, ਸੰਸ ਦਾ ਮਤਲਬ ਹਜ਼ਾਰਾਂ। ਓਤ ਪੋਤ ਪ੍ਰਭ ਸੋਈ, ਜਿਵੇਂ ਮਣਕਿਆਂ ਦੇ ਵਿੱਚ ਦੀ ਧਾਗਾ, ਸਾਰਿਆਂ ਦੇ ਵਿੱਚ ਦੀ ਵੀ ਉਹ ਹੀ, ਉਹਨੂੰ ਪਛਾਣ, ਉਹਨੂੰ ਪਛਾਣ। ਫਿਰ ਉਦਾਹਰਨ ਦਿੰਦੇ, ਜਲ ਤਰੰਗ ਅਰ ਫੇਨ ਬੁੱਧ-ਬੁਧਾ, ਜਲ ਤੇ ਭਿੰਨ ਨਾ ਹੋਈ। ਹੁਣ ਤਿੰਨ ਚੀਜ਼ਾਂ ਨੇ, ਜਲ, ਤਰੰਗ ਅਰ ਫੇਨ ਬੁੱਧ-ਬੁਧਾ। ਦੇਖੋ ਪਾਣੀ ਹੈ ਤੇ ਆਪਾਂ ਸਮੁੰਦਰਾਂ ਦੇ ਉੱਤੇ ਪਾਣੀ ਦੇਖਣ ਨਹੀਂ ਜਾਂਦੇ, ਪਾਣੀ ਦੀਆਂ ਤਰੰਗਾਂ ਵੇਖਣ ਜਾਂਦੇ, ਜਿਹਨੂੰ ਆਪਾਂ ਲਹਿਰਾਂ ਕਹਿੰਦੇ ਆ, ਪਾਣੀ ਦੀਆਂ ਛੱਲਾਂ ਕਹਿੰਦੇ ਆ। ਸਮੁੰਦਰਾਂ ਦੇ ਵਿੱਚ ਛੱਲਾਂ ਵੱਡੀਆਂ ਛੋਟੀਆਂ ਉੱਠਦੀਆਂ ਨੇ। ਜਲ ਤਰੰਗ ਅਰ ਫੇਨ ਬੁੱਧ-ਬੁਧਾ, ਫੇਨ ਕਹਿੰਦੇ ਨੇ ਝੱਗ ਨੂੰ, ਬੁਲਬੁਲੇ, ਜਿੱਥੇ ਪਾਣੀ ਡਿੱਗਦਾ ਉੱਥੇ ਝੱਗ ਬਣਦੀ, ਉੱਥੇ ਪਾਣੀ ਦੇ ਬੁਲਬੁਲੇ ਬੁੱਧ-ਬੁਧੇ ਬਣਦੇ ਨੇ। ਬਾਬਾ ਨਾਮਦੇਵ ਕਹਿਣ ਲੱਗੇ ਦੇਖਣ ਨੂੰ ਵੱਖ ਚੀਜ਼ਾਂ ਨੇ, ਪਾਣੀ ਵੱਖਰਾ ਹੈ, ਲਹਿਰਾਂ ਵੱਖਰੀਆਂ ਨੇ, ਝੱਗ ਬੁਲਬੁਲੇ ਵੱਖਰੇ ਨੇ, ਪਰ ਜਦੋਂ ਧਿਆਨ ਨਾਲ ਵਾਚੇਗਾ ਨਾ ਫਿਰ ਇਹ ਪਾਣੀ ਦੇ ਬੁਲਬੁਲੇ ਵੀ, ਇਹ ਪਾਣੀ ਦੀਆਂ ਲਹਿਰਾਂ ਵੀ ਤੈਨੂੰ ਪਾਣੀ ਭਾਸਣਗੀਆਂ, ਪਾਣੀ ਹੀ ਨਜ਼ਰੀ ਆਵੇਗਾ। ਆ ਦੁਨੀਆ ਅੰਦਰ ਜੋ ਤੂੰ ਵੇਖਦਾ ਇਹਨਾਂ, ਕੋਈ ਜਿਹਨੂੰ ਕਿਸੇ ਨੂੰ ਨੀਚ ਕਹਿੰਦਾ ਏ, ਕਿਸੇ ਨੂੰ ਊਚ ਕਹਿੰਦਾ, ਕਿਸੇ ਨੂੰ ਕਾਲਾ ਕਹਿੰਦਾ, ਕਿਸੇ ਨੂੰ ਚਿੱਟਾ ਕਹਿੰਦਾ, ਕਿਸੇ ਨੂੰ ਵੱਡਾ ਕਹਿੰਦਾ, ਕਿਸੇ ਨੂੰ ਛੋਟਾ ਕਹਿੰਦਾ, ਕਿਸੇ ਨੂੰ ਬ੍ਰਾਹਮਣ ਕਹਿੰਦਾ, ਕਿਸੇ ਨੂੰ ਸ਼ੂਦਰ ਕਹਿੰਦਾ ਨਾ, ਜਿੱਦਣ ਧਰਮ ਕਮਾ ਲਿਆ ਉਦਣ ਸਾਰਿਆਂ ਵਿੱਚ ਤੈਨੂੰ ਰੱਬ ਨਜ਼ਰੀ ਪਿਆ ਆਵੇਗਾ। ਜਲ ਤਰੰਗ ਅਰ ਫੇਨ ਬੁੱਧ-ਬੁਧਾ, ਜਲ ਤੇ ਭਿੰਨ ਨਾ ਹੋਈ। ਤੇ ਨਾਮਦੇਵ ਜੀ ਕਹਿਣ ਲੱਗੇ ਇਹ ਪ੍ਰਪੰਚ ਆ ਜੋ ਕੁਝ ਕੌਤਕ ਨੇ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਵਿਚਰਤ ਦਾ ਮਤਲਬ ਵਿਚਾਰਦੇ ਆ ਸਮਝ ਆ ਜਾਂਦੀ ਵੀ ਸਭ ਪਾਸੇ ਰੱਬ ਹੀ ਤੇ ਹੈ, ਦੂਜਾ ਹੈ ਕੀ। ਅੱਜ ਦੇ ਸ਼ਬਦ ਅਨੁਸਾਰ
ਬਾਹਰਲੇ ਭੇਖ ਵਾਲੇ ਬੰਦੇ ਨੂੰ ਰੱਬ ਨਜ਼ਰ ਹੀ ਨਹੀਂ 'ਚ ਆਉਂਦਾ। ਕਿਉਂ? ਉਹ ਧਰਮੀ ਬਣਨਾ ਨਹੀਂ ਚਾਹੁੰਦਾ, ਧਰਮੀ ਦਿਖਾਉਣਾ ਚਾਹੁੰਦਾ ਹੈ। ਤੇ ਮੈਨੂੰ ਖਿਮਾ ਕਰ ਦਿਓ, ਔਰੰਗਜ਼ੇਬ ਨੂੰ ਪੜ੍ਹ ਕੇ ਵੇਖੋ, ਔਰੰਗਜ਼ੇਬ ਵੀ ਧਰਮੀ ਸਦਵਾ ਕੇ ਬੜਾ ਖੁਸ਼ ਹੁੰਦਾ ਸੀ। ਜਹਾਂਪਨਾ ਕਹਿੰਦੇ ਸੀ ਨਾ, ਬੜਾ ਖੁਸ਼ ਹੁੰਦਾ ਸੀ, ਆਪਣੇ ਆਪ ਨੂੰ ਧਰਮੀ ਸਦਵਾਉਂਦਾ ਸੀ, ਪਰ ਧਰਮੀ ਨਹੀਂ ਸੀ। ਔਰੰਗਜ਼ੇਬ ਜੇ ਧਰਮੀ ਹੁੰਦਾ ਤੇ ਕਦੇ ਕਹਿੰਦਾ ਵੀ ਇਹਨਾਂ ਦੇ ਜਨੇਊ ਲਾ ਦਿਓ, ਇਹਨਾਂ ਨੂੰ ਕਤਲ ਕਰ ਦਿਓ, ਖਤਮ ਕਰ ਦਿਓ। ਔਰੰਗਜ਼ੇਬ ਦੇ ਅੰਦਰ ਕਿਣਕਾ ਮਾਤਰ ਵੀ ਧਰਮ ਵਸਿਆ ਹੁੰਦਾ ਤੇ ਉਹਨੂੰ ਸਾਰਿਆਂ ਦੇ ਵਿੱਚ ਅੱਲਾ ਨਜ਼ਰ ਆਉਂਦਾ, ਕਿਉਂਕਿ ਧਰਮ ਤੇ ਇਹ ਕਹਿੰਦਾ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਜਬ ਨਹੀਂ ਚੀਨਸ ਰੱਬ ਨੂੰ ਪਛਾਣਨ ਦੀ ਗੱਲ ਕਰ ਰਹੇ ਹਾਂ। ਜੇ ਔਰੰਗਜ਼ੇਬ ਨੇ ਪਛਾਣਿਆ ਹੁੰਦਾ ਨਾ, ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ, ਰੱਬ ਤੇ ਸਾਰਿਆਂ ਵਿੱਚ। ਔਰੰਗਜ਼ੇਬ ਨੂੰ ਨਜ਼ਰ ਨਹੀਂ ਆਇਆ, ਕਹਿਣ ਲੱਗਾ ਇਹ ਅਨਮਤ ਵਾਲੇ ਨੇ, ਕਾਫਰ ਨੇ, ਸਾਰਿਆਂ ਨੂੰ ਮਾਰ ਦਿਓ, ਲਾ ਦਿਓ ਜਨੇਊ, ਜਾਂ ਇਹਨਾਂ ਨੂੰ ਆਪਣੇ ਧਰਮ 'ਚ ਲਿਆਓ ਜਾਂ ਖਤਮ ਕਰ ਦਿਓ। ਜ਼ੁਲਮ ਕਰਦਾ ਔਰੰਗਜ਼ੇਬ, ਸਦਵਾਉਂਦਾ ਧਰਮੀ ਹੈ। ਤੇ ਮੈਨੂੰ ਖਿਮਾ ਕਰ ਦਿਓ, ਦਿਨ ਚੱਲ ਰਹੇ ਨੇ ਅੱਜ ਕੱਲ੍ਹ, ਇਹ ਹਕੀਕਤ ਕਹਿਣਾ ਪਏਗਾ, ਸੱਚ ਕਬੀਰ ਸਾਹਿਬ ਵਾਂਗੂ ਬਿਆਨ ਕਰਨਾ ਪਏਗਾ। ਉਹਨੂੰ ਭੁਲੇਖਾ ਸੀ ਔਰੰਗਜ਼ੇਬ ਨੂੰ ਵੀ ਮੈਂ ਧਰਮੀ ਹਾਂ, ਧਰਮੀ ਨਹੀਂ ਸੀ। ਤੇ ਜਦੋਂ ਔਰੰਗਜ਼ੇਬ ਨੇ ਕਤਲ ਕੀਤਾ, ਜਿਨ੍ਹਾਂ ਦੇ ਜਨੇਊ ਲਾਏ ਨਾ, ਉਹਨਾਂ ਨੂੰ ਕੋਈ ਡਰ ਨਹੀਂ ਸੁਝਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਭੱਜ ਕੇ ਆਏ। ਆਪਾਂ ਇਤਿਹਾਸ ਸੈਂਕੜੇ ਲੱਖਾਂ ਵਾਰ ਪੜ੍ਹ ਲਿਆ ਇਸ ਚੈਪਟਰ ਨੂੰ, ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਭੱਜ ਕੇ ਆਏ। ਦਾਤਿਆ ਸਾਡੀ ਬੋਦੀ ਨੂੰ, ਸਾਡੇ ਧੋਤੀ ਨੂੰ, ਸਾਡੇ ਜਨੇਊ ਨੂੰ ਖਤਰਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋਡੀਏ। ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਾ ਛੋਡੀਏ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹ ਨਾ ਛੋਡੀਏ। ਔਰੰਗਜ਼ੇਬ ਧਰਮੀ ਨਹੀਂ ਸੀ, ਧਰਮੀ ਹੋਣ ਦਾ ਦਿਖਾਵਾ ਕਰਦਾ ਸੀ। ਸੱਚ ਜਾਣਿਓ, ਜਿਨ੍ਹਾਂ ਦੀ ਔਲਾਦ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆਈ ਸੀ ਨਾ, ਵੀ ਦਾਤਾ ਸਾਨੂੰ ਬਚਾ ਲੈ, ਅੱਜ ਦੇ ਦਿਨਾਂ ਅੰਦਰ ਉਹਨਾਂ ਦੇ ਹੀ ਨਿਆਣਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਸੀਸਗੰਜ ਸਾਹਿਬ ਨੂੰ ਅੱਗ ਲਾ ਕੇ ਸਾੜਿਆ ਸੀ। ਮੈਂ 1984 ਦੀ ਬੇਨਤੀ ਪਿਆ ਕਰਦਾ। ਉਹ ਧਰਮੀ ਨਹੀਂ ਹੋ ਸਕਦੇ, ਸਭ ਕੁਝ ਧਰਮ ਦੇ ਨਾਂ ਤੇ ਕੀਤਾ ਗਿਆ। ਸਿੱਖ ਨਹੀਂ ਦਿਸਣਾ ਚਾਹੀਦਾ ਦਿੱਲੀ ਦੀਆਂ ਗਲੀਆਂ ਅੰਦਰ। ਕੋਈ ਲਾ ਦਿਓ ਗਲਾਂ ਦੇ ਵਿੱਚ ਟਾਇਰ ਪਾ ਕੇ, ਅੱਗ ਲਾ ਕੇ ਸਾੜ ਦਿਓ, ਤੇਲ ਪਾ ਦਿਓ, ਨਿੱਕੇ ਨਿੱਕੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਕੰਧਾਂ ਵਿੱਚ ਪਟਕਾ ਕੇ ਮਾਰਿਆ, ਨਿੱਕੀਆਂ ਬੱਚੀਆਂ ਦੇ ਰੇਪ ਕੀਤੇ ਗਏ, ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਗਏ। ਇਸ ਦਿੱਲੀ ਦੇ ਅੰਦਰ ਉਹਨਾਂ ਅਖੌਤੀ ਧਰਮੀਆਂ ਵੱਲੋਂ ਜਿਹੜੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆਣ ਕੇ ਗਿੜਗੜਾਉਂਦੇ ਸੀ। ਮੈਂ ਤੇ ਇੱਕ ਵਿਦਵਾਨ ਸੱਜਣ ਨੂੰ ਸੁਣ ਰਿਹਾ ਸੀ, ਆ ਬਿਹਾਰ ਤੋਂ ਅੱਗੇ ਝਾਰਖੰਡ ਦਾ ਇਲਾਕਾ, ਧੰਨਵਾਦ ਦੇ ਇਲਾਕੇ ਵਿੱਚ ਨਿੱਕਾ ਬੱਚਾ ਜਿਹੜਾ ਕੁਝ ਸਮਾਂ ਪਹਿਲਾਂ ਜੰਮਿਆ ਸੀ ਨਾ, ਇੰਨੀ ਨਫ਼ਰਤ ਸੀ ਉਹਨਾਂ ਅਖੌਤੀ ਧਰਮੀਆਂ ਦੇ ਅੰਦਰ। ਨਿੱਕੇ ਬੱਚੇ ਨੂੰ 84 ਦੇ ਅੰਦਰ, ਅੱਜ ਦੇ ਦਿਨਾਂ ਦੇ ਅੰਦਰ, ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਥੱਲੇ ਅੱਗ ਮਚਾ ਕੇ ਸੀਟੀਆਂ ਲਵਾਈਆਂ ਸੀ। ਇਹ ਸਿੱਖ ਦਾ ਬੱਚਾ, ਇਹ ਬਚਣਾ ਨਹੀਂ ਜੇ ਚਾਹੀਦਾ। ਸਿੱਖ ਇੱਕ ਵੀ ਨਹੀਂ ਬਚਣਾ ਚਾਹੀਦਾ, ਸਿੱਖ ਖਤਮ ਹੋਣਾ ਚਾਹੀਦਾ। ਇੱਕ ਦਿਨ ਨਹੀਂ, 3-4 ਦਿਨ ਦਿੱਲੀ ਦੇ ਅੰਦਰ ਕਤਲੋ ਗਾਰਤ ਹੋਈ ਹੋਵੇ, ਧਰਮ ਦੇ ਨਾਂ ਤੇ ਚੱਲਿਆ, ਸਿੱਖ ਖਤਮ ਕਰ ਦਿਓ। ਔਰ ਸਰਕਾਰ ਦੀ ਚੋਣ ਹੋਵੇ ਵੀ 3000 ਸਿੱਖ ਮਾਰਿਆ ਗਿਆ, ਇੱਕ ਵੀ ਮਰ ਜਾਏ ਤੇ ਕੀ ਹਾਲ ਹੁੰਦਾ। ਦੁੱਖ ਇਸ ਗੱਲ ਦਾ ਹੈ। ਇਹ ਦਿੱਲੀ ਉਹ ਹੈ ਜਿੱਥੇ ਰਾਸ਼ਟਰਪਤੀ ਬੈਠਾ ਹੋਵੇ, ਦਿੱਲੀ ਉਹ ਜਿੱਥੇ ਪ੍ਰਧਾਨ ਮੰਤਰੀ ਰਹਿੰਦਾ ਹੋਵੇ, ਦਿੱਲੀ ਉਹ ਜਿੱਥੇ ਸੁਪਰੀਮ ਕੋਰਟ ਦਾ ਜੱਜ ਰਹਿੰਦਾ ਹੋਵੇ, ਜਿੱਥੇ ਫੌਜ ਦਾ ਮੁਖੀ ਰਹਿੰਦਾ ਹੋਵੇ। 3 ਦਿਨ ਸਿੱਖਾਂ ਨਾਲ ਕਤਲੋ ਗਾਰਤ ਹੁੰਦੀ ਰਹੇ, ਗੁਰਦੁਆਰਿਆਂ ਨੂੰ ਸੀਸਗੰਜ ਵੀ ਨਹੀਂ ਬਖਸ਼ਿਆ ਹੋਵੇ, ਅਖੌਤੀ ਧਰਮੀਆਂ ਨੇ ਅੱਗਾਂ ਲਾ ਕੇ ਸਾੜਿਆ ਹੋਵੇ, ਤੇ ਉਹ ਕਹਿਣ ਅਸੀਂ ਧਰਮੀ। ਯਾਦ ਰੱਖਿਓ, ਇਹੋ ਜਿਹੇ ਬੰਦਿਆਂ ਨੇ ਜੇ ਕਿਤੇ ਧਰਮ ਨੂੰ ਪੜ੍ਹਿਆ ਹੁੰਦਾ, ਧਰਮ ਨੂੰ ਪੜ੍ਹਿਆ ਹੁੰਦਾ ਨਾ, ਤੇ ਫਿਰ ਧਰਮ ਤੇ ਇਹ ਸਿਖਾਉਂਦਾ ਸੀ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਇਹਦਾ ਮਤਲਬ ਧਰਮੀ ਅਖਵਾਉਂਦੇ ਸੀ, ਧਰਮੀ ਬਣੇ ਨਹੀਂ ਸੀ। ਧਰਮੀ ਬਣੇ ਨਹੀਂ ਸੀ, ਧਰਮੀ ਅਖਵਾਉਂਦੇ ਸੀ। ਧਰਮੀ ਇਸੇ ਲਈ 4 ਦਿਨ ਲਗਾਤਾਰ ਦਿੱਲੀ ਅੰਦਰ, ਦੇਸ਼ ਅੰਦਰ ਕਤਲੇਆਮ ਹੋਇਆ ਹੋਵੇ ਤੇ ਕੋਈ ਕੁਸਕਿਆ ਵੀ ਨਹੀਂ, ਇੱਕ ਵੀ ਨਹੀਂ। ਔਰ ਕਮਾਲ ਇਹ 38 ਸਾਲ ਹੋ ਗਏ ਹੋਣ ਸਿੱਖਾਂ ਨੂੰ ਲੜਦਿਆਂ ਨੂੰ। ਇਨਸਾਫ ਮਿਲੇਗਾ, ਇਨਸਾਫ।
दुखांत वाली गल कह दिया, मैनू खेमा कर दिओ। 38 कतल करन वाला कशोरी लाल कसाई, 38 कतल करन वाला कशोरी लाल कसाई इस लिए रिहा कर दिता जाए भी वो उन्हां दे धर्म दा सी। 38 कतल किए होण, मन्ने होण, सबूत मिले होण, और फांसी की सज़ा माफ़ करके उम्र कैद तो बाद फिर रिहा कर दिता जाए। इत्थे किन्ने साल 34 35 साल हो गए बंदी सिखां नूं जेल विच जलदियां रुड़ सड़दियां होइआं नूं कोई बात भी नहीं। फिर असीं किवें कहीए भी इस देश ते मान करिए। आ लाल किला है ना सामने, इत्थे ते हर वारी पढ़ाया जाता ना, सारे जहां से अच्छा हिंदुस्तान हमारा, इदां ही पढ़ाउंदे ने ना। मुहम्मद इकबाल बारे ज्ञानी संत सिंह मस्कीन एक जिक्र करते होंगे, जो इन्होंने दिनों से जिक्र कर बोलते हैं। मस्कीन जी एक गल कहते होंगे, कह लगे इकबाल जिहड़ा कहंदा सी सारे जहां से अच्छा हिंदुस्तान हमारा, एक दिन ओनू समझ आई तो ओनू भी कहना पिया। मस्कीन जी वो शेर बोलते होंगे, मुद्दते बीत गई रंजो गम सहते हुए, अब तो शर्म सी आती है इस वतन को वतन कहते हुए। जिन्हां दे धर्म नूं गुरु तेग बहादुर साहब ने बचाया होवे, धोती बोधी नूं बचाया होवे, उसे गुरु दे शहीदी स्थान नूं अग लाउण बंदा धार्मिक आ सकदा है? ਉਹਦੇ ਸਿੱਖਾਂ ਦੇ ਬੱਚਿਆਂ ਨੂੰ ਪ੍ਰੈਸ਼ਰ ਕੁੱਕਰ 'ਚ ਪਾ ਕੇ ਸੀਟੀਆਂ ਲਵਾਈਆਂ ਜਾ ਸਕਦੀ? ਸਿੱਖ ਨਹੀਂ ਜੇ ਨਜ਼ਰ ਆਉਣਾ ਚਾਹੀਦਾ, ਸਿੱਖ ਖਤਮ ਕਰ ਦਿਓ। ਮੇਰੇ ਕਹਿਣ ਦਾ ਭਾਵ 38 ਸਾਲ ਹੋ ਗਏ ਅਸੀਂ ਭਟਕਣ ਡਏ, ਇਨਸਾਫ ਮਿਲੇਗਾ, ਇਨਸਾਫ ਮਿਲੇਗਾ। ਅਬ ਤੋਂ ਸ਼ਰਮ ਸੀ ਆਤੀ ਹੈ, ਕਿਉਂਕਿ ਇਹ ਆਪਣੇ ਆਪ ਨੂੰ ਧਾਰਮਿਕ ਦੇਸ਼ ਅਖਵਾਉਂਦਾ। ਇੱਥੇ ਧਰਮ ਹੈ ਜੀ, ਬਾਹਰੋਂ ਹੈ ਦਿਖਾਵਾ, अंदरों नहीं, अंदर धर्म की कणी भी नहीं बसी हैगी। तो कबीर साहब यही तो भुलेखा कढ़ रहे भी सज्जणा दो चीज़ां तो याद रखी, एक भरम है एक धर्म है। तैनू भरम है भी मैं धार्मिक हाँ, भरम नहीं सी करना, धर्म कमाउणा सी, धर्मी बनना सी। ते कबीर साहब अज दे शब्द अंदर कहन लगे, क्या नांगे क्या बांधे चाम, चाहे पिंडों तो कपड़े ला ला ते चाहे चम लपेट ला, वधिया कपड़े पा ला, कोई फायदा नहीं लिबास बनाउण दा। किन्ना चिर जब नहीं चीनस आत्म राम, जिन्ना चिर रब की पछाण नहीं की। ते रब ते जरे जरे अंदर सीगा, वाहिगुरू ते हर एक दे अंदर सीगा बसिया होया। जिन्ना चिर पहचान नहीं करेगा ना, बाहरों सब दिखावा रह जाएगा। ये तेरा लिबास धार्मिक सिर्फ दिखावे मात्र रह जाएगा, चाहे नंगा हो जा ते चाहे कपड़े पा ला। धार्मिक दुनिया नूं जदों पढ़दे आ ना, ते धार्मिक दुनिया एक बन्ने कई कहणगे नंगे हो जाओ, पिंडे तो कपड़े ला दो, तो कुछ इहो जिहा भी होणगे लिबास खास दसणगे भी इस रंग के कपड़े पाओ, धार्मिक तां बनोगे ना। आपां बाणी चों कुछ उदाहरणां ले लईए। बाबा फरीद साहब कहंदे ने लोकां नूं भुलेखा सी भी काले कपड़े पाउण नाल बंदा फकीर बन जांदा, रब दा प्यारा हो जांदा। ते कहण लगे लोकां नूं इह नहीं पता भी काले कपड़े ही नहीं, दिल दा भी काला है। काले मैंडे कपड़े काला मैंडा वेस, गुण ही भरिया मैं फिरां गुणाहां नाल भरिया होया। लोग कहें दरवेश, लोकां नूं भुलेखा भी धार्मिक आ, लोकां नूं भुलेखा सी भी भगवें कपड़े पाउण नाल बंदा संत बन जांदा। ते गुरु साहब कहणगे जोग ना भगमी कपड़ी, जोग ना मैले वेस, तैनूं भुलेखा भी तूं धार्मिक बन गया। मेरे अर्गे नूं भुलेखा हो भी चिट्टे कपड़े पा ला ते धार्मिक बन जांगा। ते बापू कहेगा चिट्टे जिनके कपड़े मैले चित कठोर, अंदरों ते कठोरता, किसी ते दया नां दी चीज़ ही कोई नहीं, ते धर्मी किदां बन जाएगा? जिद्दण धर्मी बन गया ना, आ बाहरले पखंड पखुंड चुके जाने नहीं, दिखावा नहीं, फिर तू अंदरों धर्मी बनेगा। नहीं तो जिन्ना मर्जी नंगा तुरया फिर पिंडे तो कपड़े ला दे, चाहे चम लपेट लै। ते कबीर साहब शब्द ही आरंभता कर दे, नग्न फिरत जो पाइए जोग, बन का मिर्ग मुक्त सब होग। पिंडे तो कपड़े लाया। एक बेनती होर कर दे, कई बार सानू भुलेखा पै जाता ना भी गुरु साहब ने सानू इस कपड़े नाल जोड़िया। ते जदों आपां इतिहास नूं ध्यान नाल पढ़दे आ ना, गुरु नानक साहब ने कल्ले लिबास नाल नहीं जे जोड़िया हैगा। फिर बाबा आया करतारपुर, मंजी बैठ किया अवतारा। सतगुरु गुरु नानक साहब उदासियां तो बाद जदों वापस आउंदे ने करतारपुर साहब की धरती ते जिहदे दर्शन दिदारियां लई अज असीं तरसदे हां, बार्डर पार करके क्रॉसिंग करके जाने आ ना,
ਉੱਥੇ ਗੁਰੂ ਨਾਨਕ ਸਾਹਿਬ ਆਉਂਦੇ ਨੇ ਤੇ ਭਾਈ ਗੁਰਦਾਸ ਸਾਹਿਬ ਨੇ ਇਹ ਲਿਖਿਆ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਉਤਾਰਾ। ਬਾਬੇ ਨੇ ਦੁਨੀਆਦਾਰਾਂ ਵਾਲੇ ਕੱਪੜੇ ਪਾ ਲਏ। ਤੇ ਯਾਦ ਰੱਖਿਓ ਭਾਈ ਲਹਿਣਾ ਜੀ ਇਸੇ ਲਈ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੂੰ ਮਿਲਦਿਆਂ ਪਛਾਣ ਨਹੀਂ ਸਕੇ ਸੀਗੇ। ਘੋੜੀ ਤੇ ਚੜ੍ਹ ਕੇ ਆਏ ਸੀ ਨਾ, ਬਾਬਾ ਅੱਗੇ ਲਗਾਮ ਫੜ ਕੇ ਲੈ ਗਿਆ ਸੀਗਾ, ਘੋੜੇ ਦੀਆਂ ਲਗਾਮਾਂ ਫੜ ਕੇ ਲੈ ਗਿਆ ਸੀ ਨਾ, ਤੇ ਉਹਨਾਂ ਮਾਫੀ ਮੰਗੀ ਸੀ, ਦਾਤਾ ਮੈਨੂੰ ਪਤਾ ਹੁੰਦਾ ਤੁਸੀਂ ਗੁਰੂ ਨਾਨਕ। ਅੱਜ ਦੇ ਬਾਬੇ ਵਰਗਾ ਗੁਰੂ ਨਾਨਕ ਪਾਤਸ਼ਾਹ ਹੁੰਦਾ ਨਾ ਤੇ 5-7 ਲਗਾੜੇ ਚੇਲੇ ਨਾਲ ਦਗੜ ਦਗੜ ਕਰਦੇ, ਪਾਸੇ ਹੋ ਜਾਓ ਪਾਸੇ ਹੋ ਜਾਓ, ਬਾਬਾ ਜੀ ਆਏ ਨੇ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਕਿਉਂ ਨਾ ਹੋਵੇ, ਫਿਰ ਤੇ ਪਤਾ ਲੱਗ ਜਾਣਾ ਸੀ ਆਹ ਗੁਰੂ ਨਾਨਕ ਪਾਤਸ਼ਾਹ ਆਮ ਦੁਨਿਆਵੀ ਕੱਪੜੇ ਪਾਏ ਹੋਏ ਨੇ। ਅਖੌਤੀ ਲਿਬਾਸ ਨਹੀਂ, ਲਿਬਾਸ ਨਾਲ ਨਹੀਂ, ਤੂੰ ਅੰਦਰੋਂ ਧਰਮੀ ਬਣਨਾ ਸੀ। ਤੇ ਕਬੀਰ ਸਾਹਿਬ ਕਹਿਣ ਲੱਗੇ, ਨਗਨ ਫਿਰਤ ਜੋ ਪਾਈਐ ਜੋਗ। ਤੂੰ ਸੋਚੇ ਵੀ ਕੱਪੜੇ ਲਾ ਕੇ ਜੋਗੀਆਂ ਵਾਂਗੂ ਨੰਗੇ ਹੋ ਕੇ ਰੱਬ ਨਾਲ ਜੁੜਿਆ ਜਾ ਸਕਦਾ। ਬਨ ਕਾ ਮਿਰਗ ਮੁਕਤ ਸਭ ਹੋਗ। ਜੰਗਲ ਦੇ ਜਿੰਨੇ ਵੀ ਹਿਰਨ ਆਦਿਕ ਜਾਨਵਰ ਨੇ, ਜੰਗਲ 'ਚ ਜਿੰਨੇ ਵੀ ਜਾਨਵਰ ਨੇ, ਉਹ ਤਾਂ ਕੱਪੜੇ ਪਾਉਂਦੇ ਹੀ ਨਹੀਂ, ਉਹ ਤਾਂ ਨੰਗੇ ਰਹਿੰਦੇ ਨੇ। ਹਾਂ, ਕੱਪੜਾ ਪਾਉਣਾ ਤਨ ਦਾ ਨੰਗੇਜ਼ ਕੱਜਣ ਲਈ ਮੁਬਾਰਕ ਹੈ। ਅੱਜ ਤੇ ਨੰਗੇਜ਼ ਕੱਜਣ ਲਈ ਵੀ ਕੱਪੜਾ ਨਹੀਂ ਜੇ ਰਿਹਾ ਹੈਗਾ, ਨੰਗੇਜ਼ ਦਿਖਾਲਣ ਲਈ ਬਣ ਗਿਆ। ਅਸ਼ਲੀਲਤਾ ਪਤਾ ਇੱਥੇ ਤੇ ਕਈ ਵਾਰੀ ਰੋਣਾ ਇਸ ਗੱਲ ਦਾ ਹੁੰਦਾ ਵੀ ਗੁਰਦੁਆਰੇ ਆਉਣਾ ਹੈ, ਇਹ ਵੀ ਨਹੀਂ ਚੇਤਾ ਰਹਿੰਦਾ ਵੀ ਛੋਟਾ ਜਿਹਾ ਕੱਪੜਾ ਚੁੰਨੀ ਵੀ ਨਾਲ ਲੈ ਕੇ ਜਾਣੀ, ਉਹ ਵੀ ਇੱਥੇ ਆਣ ਕੇ ਭਾਲੀਏ। ਜਾਣਾ ਗੁਰਦੁਆਰੇ, ਪੱਕਾ ਗੁਰਦੁਆਰੇ ਤੁਰਿਆ ਤੇ ਲਿਬਾਸ ਉਹ ਪਾ ਕੇ ਜਾਣਾ, ਫਿਰ ਗੁਰੂ ਸਾਹਮਣੇ ਸ਼ਰਮਸਾਰ ਵੀ ਹੋਣਾ ਪਵੇ। ਕੱਪੜਾ ਪਾਉਣਾ ਨੰਗੇਜ਼ ਕੱਜਣ ਲਈ ਠੀਕ ਹੈ, ਇਹ ਵੀ ਇੱਕ ਪੱਖ। ਦੂਜਾ ਪੱਖ, ਭਾਵੇਂ ਤਨ ਤੋਂ ਕੱਪੜੇ ਲਾ ਲਾ, ਨੰਗਾ ਹੋ ਜਾ ਜੋਗੀਆਂ ਵਾਂਗੂ। ਤੇ ਜੇ ਇੱਦਾਂ ਰੱਬ ਮਿਲਦਾ ਹੋਵੇ ਨਾ, ਇੱਦਾਂ ਧਰਮੀ ਬਣਿਆ ਜਿਹੜਾ ਤੇਰਾ ਦਾਇਰਾ ਹੈ, ਤੇ ਕਬੀਰ ਸਾਹਿਬ ਕਹਿਣ ਲੱਗੇ ਫਿਰ ਤਾਂ ਸਾਰੇ ਜੰਗਲ ਦੇ ਮਿਰਗ ਆਦਿਕ ਨੰਗੇ ਹੀ ਤੁਰੇ ਫਿਰਦੇ ਨੇ, ਉਹਨਾਂ ਨੂੰ ਤੇ ਹਲੇ ਤੱਕ ਰੱਬ ਨਹੀਂ ਮਿਲਿਆ। ਫਿਰ ਦੂਜੀ ਉਦਾਹਰਨ ਦਿੰਦੇ ਨੇ, ਮੂੰਡ ਮਡਾਏ ਜੋ ਸਿੱਧ ਭਾਈ, ਮੁਕਤੀ ਭੇਡ ਨਾ ਗਈਆ ਕਾਈ। ਮੂੰਡ ਮਡਾਏ, ਮੂੰਹ ਸਿਰ ਮੁੰਨ ਲੈਣਾ, ਬਾਲ ਕਟਾ ਲੈਣੇ। ਕਬੀਰ ਸਾਹਿਬ ਦਾ ਸਲੋਕ ਹੈ, ਉਹ ਸਾਨੂੰ ਸਮਝਣਾ ਪਏਗਾ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਮੁੰਨਣਾ ਤੇ ਮਨ ਨੂੰ ਸੀਗਾ, ਕਿਉਂ? ਮਨ ਦੇ ਅੰਦਰੋਂ ਵਿਕਾਰ ਉੱਠਦੇ ਆ, ਮਨ ਦੇ ਅੰਦਰੋਂ ਭੈੜੀਆਂ ਬਾਸ਼ਨਾਵਾਂ ਉੱਠਦੀਆਂ ਉੱਗਦੀਆਂ ਨੇ। ਕਤਲ ਤੇ ਉਹਨਾਂ ਦਾ ਕਰਨਾ ਸੀਗਾ, ਮਾੜੀਆਂ ਬਾਸ਼ਨਾਵਾਂ ਨੂੰ ਖਤਮ ਕਰਨਾ, ਮੁਕਾਉਣਾ ਸੀ, ਵਿਕਾਰਾਂ ਨੂੰ ਮੁਕਾਉਣਾ ਸੀ। ਤੇ ਕਬੀਰ ਕਹਿਣ ਲੱਗੇ ਮਨ ਵਾਲੇ ਪਾਸੇ ਤਾਂ ਧਿਆਨ ਨਹੀਂ ਦਿੱਤਾ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅੰਜਾਏ। ਇਹ ਸੋਚੇ ਵੀ ਸਿਰ ਤੋਂ ਬਾਲ ਕਟਾ ਕੇ ਸ਼ਾਇਦ ਰੱਬ ਮਿਲ ਜਾਏਗਾ। ਕਬੀਰ ਕਹਿਣ ਲੱਗੇ ਤੈਨੂੰ ਭੁਲੇਖਾ, ਬੜਾ ਵੱਡਾ ਭੁਲੇਖਾ। ਇੱਕ ਬੇਨਤੀ ਕਰਾਂ, ਹਾਲਾਂਕਿ ਵਿਗਿਆਨ ਨੂੰ ਪੜ੍ਹ ਕੇ ਵੇਖੋ, ਵਿਗਿਆਨ ਸੈਂਕੜੇ ਦਲੀਲਾਂ ਦੇਗੀ ਕੇਸ ਰੱਖਣ ਦੇ ਬਾਬਤ। ਵਿਗਿਆਨੀ ਲੋਕ ਸੈਂਕੜੇ ਦਲੀਲਾਂ ਦੇਣਗੇ ਕੇਸ ਰੱਖਣ ਦੇ ਲਈ। ਸ਼ੱਕ ਹੋਵੇ ਤੇ ਕਦੇ ਤੁਹਾਨੂੰ ਮੌਕਾ ਲੱਗੇ, ਸਰੂਪ ਸਿੰਘ ਲਾਗੂਣਾ ਦੀ ਕਿਤਾਬ ਹੈ ਕੇਸ ਪ੍ਰਸੰਗ, ਉਹਨੂੰ ਪੜ੍ਹਿਓ ਜ਼ਰੂਰ। ਵਿਗਿਆਨਕ ਤੌਰ 'ਤੇ ਉਦਾਹਰਨਾਂ ਮਿਲ ਜਾਣਗੀਆਂ, ਮੇਰਾ ਉਹ ਪੱਖ ਨਹੀਂ, ਮੈਂ ਉਹ ਨਹੀਂ ਰੱਖਣਾ ਚਾਹੁੰਦਾ। ਸਿੱਖ ਲਈ ਇਹ ਨਹੀਂ ਵੀ ਵਿਗਿਆਨ ਕੀ ਕਹਿੰਦੀ ਕੇਸ ਰੱਖਣ ਦਾ ਫਾਇਦਾ ਕੀ। ਸਿੱਖ ਲਈ ਤੇ ਬਸ ਇੰਨਾ ਹੀ ਹੈ ਵੀ ਮੇਰੇ ਗੁਰੂ ਦਾ ਹੁਕਮ ਹੈ, ਕਿਉਂਕਿ ਸਿੱਖੀ ਤੇ ਖੜੀ ਇੱਥੇ ਹੁਕਮ ਰਜ਼ਾਈ, ਚੱਲਣਾ ਨਾਨਕ ਲਿਖਿਆ ਨਾਲ। ਮੇਰੇ ਗੁਰੂ ਦਾ ਵਿਗਿਆਨ 100 ਦੱਸੇ ਫਾਇਦੇ ਕੇਸ ਰੱਖਣ ਦੇ ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਮੈਂ ਤੇ ਗੁਰੂ ਦਾ ਹੁਕਮ ਮੰਨਣਾ ਹੈ। ਜਿਹੜਾ ਗੁਰੂ ਦਾ ਹੁਕਮ ਮੰਨਦਾ ਪ੍ਰਵਾਨ ਤੇ ਉਹੀ ਹੁੰਦਾ ਨਾ। ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਜਦੋਂ ਪ੍ਰਚਾਰ ਦੌਰੇ ਤੇ ਨਾਲ ਲੈ ਕੇ ਤੁਰਨ ਲੱਗਦੇ ਨੇ ਨਾ, ਤੇ ਭਾਈ ਮਰਦਾਨੇ ਨੂੰ ਇੱਕੋ ਗੱਲ ਕੀ ਸੀ, ਮਰਦਾਨਿਆ 3 ਗੱਲਾਂ ਮੰਨੇਗਾ ਤਾਂ ਮੇਰੇ ਨਾਲ ਚੱਲ ਸਕੇਗਾ। ਦਾਤਾ ਜੀ ਦੱਸੋ। ਕਹਿਣ ਲੱਗੇ ਅੱਜ ਤੋਂ ਬਾਅਦ ਪਹਿਰ ਰਾਤ ਜਾਗਣਾ, ਭਾਵ ਸਵੇਰੇ ਅੰਮ੍ਰਿਤ ਵੇਲੇ ਜਾਗਣਾ। ਦੂਜਾ ਬਚਨ ਸੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕੇਸ ਕਤਲ ਨਹੀਂ ਜੇ ਕਰਾਉਣੇ। ਇਹ ਗੁਰੂ ਨਾਨਕ ਸਾਹਿਬ ਨੇ ਜਿੱਦਣ ਪ੍ਰਚਾਰ ਆਰੰਭ ਕੀਤਾ, ਦੁਨੀਆ ਕਹੇਗੀ ਦੇਖੋ ਜੀ ਕੇਸ ਰੱਖਣੇ ਤਾਂ ਗੁਰੂ ਗੋਬਿੰਦ ਸਿੰਘ ਨੇ ਲਾਜ਼ਮੀ ਕੀਤੇ, ਨਹੀਂ ਭੁਲੇਖੇ 'ਚ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਮਰਦਾਨਾ ਜੀ, ਭਾਈ ਜੀ ਜੇ ਮੇਰੇ ਨਾਲ ਚੱਲਣਾ, ਅੱਜ ਤੋਂ ਬਾਅਦ ਕੇਸਾਂ ਦੀ ਬੇਅਦਬੀ ਨਹੀਂ ਜੇ ਕਰਨੀ ਹੈਗੀ, ਅੱਜ ਤੋਂ ਬਾਅਦ ਪਹਿਰ ਰਾਤ ਜਾਗਣਾ, ਅੱਜ ਤੋਂ ਬਾਅਦ ਆਏ ਗਏ ਅਭਿਆਗਤ ਦੀ ਸੇਵਾ ਕਰਨੀ। ਇਹ 3 ਬਚਨ ਭਾਈ ਮਰਦਾਨਾ ਜੀ ਨੂੰ ਮਨਾਏ ਸੀ, ਫਿਰ ਨਾਲ ਲੈ ਕੇ ਚੱਲੇ ਸੀ। ਕੇਸ ਮੇਰੇ ਗੁਰੂ ਦਾ ਹੁਕਮ ਹੈ,
ਨਿਸ਼ਾਨੇ ਇਹ ਸਿੱਖੀ ਪੰਜ ਹਰ ਪਕਾਬ ਹਰਗਿਜ ਨਾ ਬਾਸ਼ਦ ਇਹ ਪੰਜ ਬਾਫ ਕੜਾ ਕਾਰ ਦੋ ਕਛ ਕੰਗਾ ਬਿਦਾ ਬਿਨਾ ਕੇਸ ਚਿਸਤ ਜੁਮਲਾ ਨਿਸ਼ਾਨ ਕੇਸਾਂ ਤੋਂ ਬਿਨਾ ਆ ਬਾਕੀ ਦੇ ਪਾਏ ਹੋਏ ਵੀ ਸਭ ਬੇਅਰਥ ਨੇ, ਸਭ ਬੇਅਰਥ ਨੇ। ਕੇਸ ਜ਼ਰੂਰੀ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ ਕੇਸ ਕਤਲ ਕਰਾ ਲੈ ਤੂੰ ਸੋਚੇਗਾ ਰੁੰਡ ਮੁੰਡ ਹੋ ਕੇ ਰੱਬ ਪਾ ਲਏਗਾ। ਉੱਤੇ ਭੇਡ ਵੀ ਮੁੱਲ ਦਿੱਤੀ ਜਾਂਦੀ ਏ। ਆਪਾਂ ਰਹਿਤਨਾਮਿਆਂ ਚੋਂ ਪੜ੍ਹਦੇ ਹੁੰਦੇ ਇਹੋ ਮੋਰੀ ਆਗਿਆ ਸੁਣੋ ਰੇ ਪਿਆਰੇ ਬਿਨਾ ਕੇਸ ਤੇਗੰਗ ਦੇਵੋ ਨਾ ਦਿਦਾਰੇ ਬਿਨਾ ਕੇਸ ਤੇਗੰਗ ਨਰੰਗ ਭੇਡ ਜਾਨੋ ਨਰੰਗ ਭੇਡ ਜਾਨੋ ਗਹਿ ਕਾਨ ਤਾਂ ਕੋ ਕਿਤੇ ਲੈ ਸਧਾਨੋ। ਬੰਦਾ ਕਾਹਦਾ ਭੇਡ ਜਿਹਦੇ ਕੋਲ ਕਿਰਪਾਨ ਨਹੀਂ, ਸ਼ਸਤਰ ਨਹੀਂ, ਜਿਹਦੇ ਕੇਸ ਨਹੀਂ, ਉੱਥੇ ਭੇਡ ਹੈ ਜਿਹੜਾ ਮਰਜ਼ੀ ਕੰਨ ਫੜ ਕੇ ਲੈ ਜਾਏ। ਮੂੰਡ ਮਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ। ਤੇ ਇੱਕ ਹੋਰ ਬੇਨਤੀ ਕਰਦੇ ਕਬੀਰ ਸਾਹਿਬ ਦਾ 25 ਨੰਬਰ ਸਲੋਕ ਹੈ। ਇਹ ਮੈਂ ਤਾਂ ਕਹਿਣ ਲੱਗਾ ਕਈ ਵਾਰੀ ਘਟਨਾਵਾਂ ਵਰਤਦੀਆਂ ਲੋਕ ਤੁਹਾਨੂੰ ਸਵਾਲ ਕਰ ਦਿੰਦੇ ਨੇ। ਨਵਾਂ ਸਾਧ ਨੇ ਡੇਰਾ ਖੋਲ੍ਹਿਆ ਤੇ ਉੱਥੇ ਇੱਕ ਹੋਰ ਮੋਨੇ ਕੋਨੇ ਸਾਧਨ ਦਾ ਡੇਰਾ ਸੀ, ਟਿੰਡ ਵਾਲਿਆਂ ਦਾ, ਜਿਹੜੇ ਟਿੰਡ ਕਢਾਉਂਦੇ, ਉਹਨੂੰ ਵੀ ਸੱਦ ਲਿਆ ਪ੍ਰਵਚਨ ਕਰ ਲਈ। ਤੇ ਸਟੇਜ ਤੇ ਬੈਠਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਸਾਧ ਕੋਨਾ ਜਿਹਾ ਆਖੇ ਵੀ ਸਿੱਖ ਰੌਲਾ ਪਾਉਂਦੇ ਨੇ ਵੀ ਕੇਸ ਰੱਖੋ, ਕੇਸ ਰੱਖੋ। ਬਾਣੀ ਤੇ ਕਹਿੰਦੀ ਹੈ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ, ਚਾਹੇ ਲੰਮੇ ਕੇਸ ਕਰ ਲਾ ਚਾਹੇ ਟਿੰਡ ਕਢਾ ਲਾ, ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਉਹ ਰੱਬ ਦਾ ਪਿਆਰਾ ਪ੍ਰਚਾਰਕ ਸਿੰਘ ਅੱਗੇ ਬੈਠਾ ਸੀ, ਜਗਦਾ ਹੋਏਗਾ ਨਾ, ਸੁਚੇਤ ਹੋਏਗਾ। ਬਾਅਦ ਵਿੱਚ ਉਹ ਕਹਿ ਕੇ ਜਾਣ ਲੱਗਾ ਤੇ ਉਹਨੇ ਰੋਕਿਆ। ਪ੍ਰਚਾਰਕ ਵੀਰ ਨੇ ਕਹਿਣ ਲੱਗਾ ਉਹ ਸੰਤ ਜੀ ਆਪਣੀ ਗੱਲ ਕਹਿ ਲਈ, ਹੁਣ ਸਾਡੀ ਵੀ ਸੁਣ ਕੇ ਜਾਓ, ਬਹਿ ਜਾਓ ਇੱਥੇ। ਕਬੀਰ ਪ੍ਰੀਤ ਏਕ ਸਿਉ ਆਨ ਦੁਬਦਾ ਜਾਏ। ਇੱਕ ਰੱਬ ਨਾਲ ਪ੍ਰੀਤ ਪਾਉਣੀ ਹੈ ਤੇ ਅੰਦਰੋਂ ਦੂਜੀ ਦੁਬਦਾ ਛੱਡ ਦੇ, ਕੱਢ ਦੇ। ਉੱਥੇ ਬਚਨ ਹੈ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਮੁੰਡਾਏ। ਲਾਂਬੇ ਕੇਸ ਕਰ, ਸਿੱਖ ਕਦੇ ਕੇਸਾਂ ਨੂੰ ਲੰਬੇ ਨਹੀਂ ਜੇ ਕਰਦਾ। ਧਿਆਨ ਦਿਓ ਇਸ ਗੱਲ ਨੂੰ। ਕਹਿਣ ਲੱਗਾ ਸੱਜਣਾ ਕੇਸ ਲੰਬੇ ਕਰਦੇ ਨੇ ਜੋਗੀ। ਜੋਗੀ ਕਿਵੇਂ ਕਰਦੇ ਨੇ? ਜੋਗੀ ਬੋਹੜ ਦੇ ਦਰਖਤ ਦਾ ਦੁੱਧ ਕੱਢ ਕੇ ਨਾ ਆਪਣੇ ਕੇਸਾਂ ਨੂੰ ਲਾ ਕੇ ਜਟਾਂ ਬਣਾ ਕੇ ਤੇ ਜ਼ੋਰ ਜ਼ੋਰ ਦੀ ਖਿੱਚਦੇ ਨੇ। ਉਹਨਾਂ ਦੀ ਇੱਕ ਸੋਚ ਹੈ ਜਿੰਨੀਆਂ ਲੰਬੀਆਂ ਜਟਾਂ ਹੋਣਗੀਆਂ ਨਾ ਓਨਾ ਹੀ ਦੁਨੀਆ ਵਿੱਚ ਪੁੱਗਿਆ ਜੋਗੀ ਮੰਨਿਆ ਜਾਏਗਾ। ਜਿੰਨੇ ਲੰਮੇ ਕੇਸ ਹੋਣਗੇ ਨਾ ਓਨਾ ਹੀ ਲੰਮਾ ਵੱਡਾ ਜੋਗੀ ਗਿਣਿਆ ਜਾਏਗਾ। ਬਹੁਤ ਵੱਡਾ ਭਾਰੀ ਜੋਗੀ ਏ ਜਿਹਦੀਆਂ ਜਟਾਵਾਂ ਵੱਡੀਆਂ ਨੇ। ਕਹਿਣ ਲੱਗੇ ਉਹ ਸਿੱਖ ਤੇ ਕਦੇ ਕੇਸ ਖਿੱਚਦਾ ਨਹੀਂ ਨਾ। ਸਿੱਖ ਨੂੰ ਤੇ ਵਾਹਿਗੁਰੂ ਜੀ ਨੇ ਛੋਟੇ ਦੇ ਦਿੱਤੇ, ਜਿੱਦਾਂ ਦੇ ਮਰਜ਼ੀ ਦੇ ਦਿੱਤੇ। ਸਿੱਖ ਤੇ ਸਾਂਭਦਾ ਨਾ, ਸਿੱਖ ਕਦੇ ਕੇਸਾਂ ਨੂੰ ਲੰਬੇ ਕਰਦਾ ਖਿੱਚਦਾ ਤੇ ਨਾ ਹੀ ਕਦੇ ਘਰੜ ਮਨਾਉਂਦਾ, ਨਾ ਟਿੰਡ ਕਢਾਉਂਦਾ। ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਮੁਨਾਏ। ਸਾਧ ਨੂੰ ਮਾਫੀ ਮੰਗਣੀ ਪਈ ਸੀ। ਕਬੀਰ ਸਾਹਿਬ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਇਹ ਧਾਰਮਿਕ ਬਾਹਰਲਾ ਲਿਬਾਸ। ਤੂੰ ਸੋਚੇ ਵੀ ਰੁੰਡ ਮੁੰਡ ਹੋ ਕੇ ਟਿੰਡ ਕਢਾ ਕੇ। ਗੁਰੂ ਨੇ ਤੇ ਸਾਨੂੰ ਹੁਕਮ ਸੁਣਾਤਾ ਕੇਸ ਮੇਰੀ ਮੋਹਰ ਏ, ਮੋਹਰ ਏ, ਕੰਮ ਹੀ ਨਿਬੜ ਗਿਆ। ਸਿਰ ਮੂੰਹ ਤੇ ਕੇਸ ਨਹੀਂ ਤੇ ਗੁਰੂ ਦਾ ਸਿੱਖ ਕਿੱਥੋਂ ਪਛਾਣ ਲੱਗੇ? ਦਿੱਲੀ ਦੇ ਅੰਦਰ ਅੱਜ ਦੇ ਦਿਨਾਂ ਦੇ ਅੰਦਰ ਉਹਨਾਂ ਪਛਾਣ ਕਿੱਥੋਂ ਕੀਤੀ ਸੀ? ਸਿਰ ਤੇ ਮੂੰਹ ਤੇ ਕੇਸ ਸੀ। ਉਹਨਾਂ ਨਹੀਂ ਵੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕਿ ਨਹੀਂ ਮੰਨਦਾ, ਦੇਹ ਧਾਰੀਆਂ ਦਾ ਚੇਲਾ, ਰਾਧਾ ਸੁਆਮੀਆਂ, ਨਿਰੰਕਾਰੀਆਂ, ਕਿਹਨਾਂ ਦਾ ਚੇਲਾ। ਉਹਨਾਂ ਨਹੀਂ ਵੇਖਿਆ ਵੀ ਇਹ ਕਾਮਰੇਡ ਹੈ, ਨਕਸਲਾਈਟ ਹੈ, ਰੱਬ ਨੂੰ ਮੰਨਦਾ ਕਿ ਨਹੀਂ ਮੰਨਦਾ, ਆਸਤਕ ਹੈ ਕਿ ਨਾਸਤਕ। ਉਹਨਾਂ ਵੇਖਿਆ ਬਾਹਰਲੀ ਪਹਿਚਾਣ ਤੇ ਗਲ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਸਾੜਿਆ, ਅੱਗ ਲਾ ਕੇ ਸਾੜਿਆ। ਸਿੱਖ ਦੀ ਪਹਿਚਾਣ ਇਹ ਤਾਂ ਗੁਰੂ ਦੀ ਮੋਹਰ ਹੈ। ਪਰ ਇਹ ਗੱਲ ਯਾਦ ਰੱਖਣਾ ਇਕੱਲੇ ਕੇਸ ਪੱਲੇ ਨਾ ਰਹਿ ਜਾਣ, ਬਾਹਰਲੀ ਪਹਿਚਾਣ ਨਹੀਂ। ਜਬ ਨਹੀਂ ਚੀਨਸ ਆਤਮ ਰਾਮ ਤੂੰ ਅੰਦਰੋਂ ਬਣਨਾ। ਤੇ ਕਬੀਰ ਸਾਹਿਬ ਸਾਹਮਣੇ ਖੜ ਕੇ ਕਹਿਣਗੇ ਤੇ ਸੱਜਣਾ ਤੂੰ ਕਹਿੰਦਾ ਰੁੰਡ ਮੁੰਡ ਹੋਇਆ ਰੱਬ ਮਿਲੇਗਾ। ਮੂੰਡ ਮਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ। ਤੇ ਤੀਜੀ ਉਦਾਹਰਨ ਸੀ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮ ਗਤ ਪਾਈ। ਇਹ ਵੀ ਸਾਡੇ ਅੰਦਰ ਇੱਕ ਚੱਲ ਪਈ ਬਾਤ। ਵੇਖੋ ਜੀ ਸਾਡੇ ਵਾਲੇ ਮਹਾਂਪੁਰਸ਼ ਤੇ ਪੂਰਨ ਬ੍ਰਹਮ ਗਿਆਨੀ। ਮੈਂ ਪੁੱਛਿਆ ਵੀ ਤੁਹਾਨੂੰ ਕਿਵੇਂ ਪਤਾ ਪੂਰਨ ਬ੍ਰਹਮ ਗਿਆਨੀ? ਆਖੇ ਜੀ ਉਹਨਾਂ ਨੇ ਵਿਆਹ ਨਹੀਂ ਨਾ ਕਰਾਇਆ, ਬਾਬਾ ਜੀ ਨੇ ਵਿਆਹ ਨਹੀਂ ਕਰਾਇਆ, ਇਸ ਲਈ ਪੂਰਨ ਬ੍ਰਹਮ ਗਿਆਨੀ। ਕਿਆ ਕਮਾਲ ਦੀ ਸਾਡੀ ਸੋਚ ਹੈ, ਅਕਲ ਦਾ ਜਨਾਜ਼ਾ ਕੱਢ ਛੱਡੀ ਦਾ। ਇੰਨੀ ਗੱਲ ਕਹਿ ਕੇ ਵੀ ਬਾਬੇ ਨੇ ਵਿਆਹ ਨਹੀਂ ਕਰਾਇਆ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ। ਇਹਦਾ ਮਤਲਬ ਪਤਾ ਕੀ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉੱਤੇ ਕਾਂਟਾ ਪੈ ਮਾਰਦੇ ਹਾਂ। ਗੁਰੂ ਗ੍ਰੰਥ ਸਾਹਿਬ ਸਾਨੂੰ ਗ੍ਰਸਤੀ ਬਣਾਉਂਦੇ ਨੇ। ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨ ਨੇ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਛੱਡ ਕੇ ਬਾਕੀ ਸਾਰੇ ਹੀ ਗ੍ਰਸਤੀ ਨੇ। ਬਾਕੀ ਸਾਰਿਆਂ ਨੇ ਧੀਆਂ ਦੇ ਡੋਲੇ ਤੋਰੇ ਨੇ, ਨੌਹਾਂ ਵਿਆਹ ਕੇ ਵੀ ਲਿਆਂਦੀਆਂ ਨੇ।
ਜਿੰਨੇ ਭਗਤਾਂ ਦੀ ਬਾਣੀ ਹੈ, ਕਬੀਰ ਸਾਹਿਬ ਦੀ ਬਾਣੀ ਆਪਾਂ ਵਿਚਾਰ ਰਹੇ, ਗ੍ਰਸਤੀ ਨੇ ਕਬੀਰ ਸਾਹਿਬ ਵੀ। ਤਾਂ ਹੀ ਤਾਂ ਕਹਿੰਦੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰਨਾ, ਇਹ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਗ੍ਰਸਤੀ ਬਣਿਆ ਤੇ ਅਸੂਲ ਦਾ ਗ੍ਰਸਤੀ ਬਣੀ। ਗੁਰਮਤ ਤੇ ਗ੍ਰਸਤੀ ਬਣਾਏਗੀ। ਗੁਰਮਤ ਬਾਣੀ ਤੇ ਇਹ ਕਹੇਗੀ ਵੀ ਭਗਤ ਧੰਨੇ ਵਰਗੇ ਹੱਥ ਜੋੜ ਕੇ ਕਹਿਣਗੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ, ਮੰਗੀ ਖੁਦ ਮੰਗ ਰਹੇ ਨੇ। ਤੂੰ ਸੋਚੇ ਮੈਂ ਜਤੀ ਸਤੀ ਹਾਂ, ਮੈਂ ਤੇ ਵਿਆਹ ਨਹੀਂ ਕਰਾਇਆ। ਸਿੱਖ ਨਹੀਂ ਸੋਚ ਸਕਦਾ ਜੇ ਵਿਆਹ ਨਾ ਕਰਾਇਆ ਰੱਬ ਮਿਲਦਾ ਹੁੰਦਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਤਰਾਂ ਦੇ ਦਾਨੀ ਕਿੱਦਾਂ ਕਹਿੰਦੇ? 4 ਸਾਹਿਬਜ਼ਾਦਿਆਂ ਦਾ ਜ਼ਿਕਰ ਫਿਰ ਇਤਿਹਾਸ ਵਿੱਚ ਕਿੱਥੋਂ ਆਉਣਾ ਸੀਗਾ, ਜਿਨ੍ਹਾਂ ਦਾ ਨਾਂ ਲੈਂਦੇ ਆਈ ਸਾਡਾ ਸਿਰ ਝੁਕ ਜਾਂਦਾ, ਸਿਰ ਝੁਕ ਜਾਂਦਾ। ਬਿੰਦ ਰਾਖ ਜੋ ਤਰੀਏ ਭਾਈ, ਤੂੰ ਸੋਚੇ ਵੀ ਮੈਂ ਜਤੀ ਸਤੀ ਬਣ ਗਿਆ। ਹਾਲਾਂਕਿ ਬਾਣੀ ਕਹੇਗੀ ਜਤੀ ਸਦਾਵੈ ਜੁਗਤ ਨ ਜਾਣੇ ਛੱਡ ਬਹਿ ਘਰ ਬਾਰ, ਭੁਲੇਖੇ ਚਾ ਤੂੰ। ਬਿੰਦ ਰਾਖ ਜੋ ਤਰੀਏ ਭਾਈ, ਤੇ ਬਾਣੀ ਕਹੇਗੀ ਖੁਸਰੇ ਕਿਉਂ ਨਾ ਪਰਮ ਗਤ ਪਾਈ। ਜੇ ਜਤੀ ਸਤੀ ਰਿਹਾ ਰੱਬ ਮਿਲਦਾ ਹੋਵੇ ਨਾ ਤੇ ਤੇਰੇ ਤੋਂ ਪਹਿਲਾਂ ਖੁਸਰੇ ਨੂੰ ਮਿਲ ਜਾਣਾ ਚਾਹੀਦਾ ਹੈ। ਕਲਗੀਧਰ ਪਾਤਸ਼ਾਹ ਦੇ ਕਦੇ ਸਵਈਏ ਪੜੋ, ਬਿੰਦ ਕੇ ਸਦਈਆ ਤਾਂ ਹੀਜ ਕੀ ਬੜਈਆ ਦੇਤ। ਆਪਣੇ ਆਪ ਨੂੰ ਜਤੀ ਖਵਾਉਣ ਵਾਲਿਆਂ ਨੂੰ ਹੀਜੜਾ ਕਹਿੰਦੇ ਨੇ ਕਲਗੀਧਰ ਬਾਪੂ, ਤੇ ਕਬੀਰ ਸਾਹਿਬ ਲਫ਼ਜ਼ ਛੇਠ ਵਰਤਦੇ ਨੇ, ਖੁਸਰਾ ਕਹਿ ਦਿੰਦੇ ਨੇ। ਚਾਹੇ ਸਜਣਾ ਕੱਪੜੇ ਲਾ ਕੇ ਬਣ ਤੇ ਚਾਹੇ ਟਿੰਡ ਕਢਾ ਕੇ ਤੁਰਿਆ ਫਿਰ, ਤੇ ਯਾਦ ਰੱਖੀ ਭਾਵੇਂ ਜਤੀ ਬਣ ਕੇ ਕੋਸ਼ਿਸ਼ ਕਰ, ਬਾਹਰੋਂ ਦਿਖਾਵਾ ਰਹਿ ਜਾਏਗਾ। ਗੱਲ ਤੇ ਇੰਨੀ ਕੁ ਸਮਝਣ ਵਾਲੀ, ਕਹੋ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਮੇਰੇ ਭਰਾਵੋ ਮੈਂ ਤੁਹਾਨੂੰ ਸੁਣਾ ਰਿਹਾ, ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ। ਰੱਬ ਦੇ ਨਾਮ ਤੋਂ ਬਿਨਾਂ ਕਿਸੇ ਦੀ ਵੀ ਖਲਾਸੀ ਨਹੀਂ ਹੋਈ, ਮੁਕਤੀ ਨਹੀਂ ਜੇ ਹੋਈ। ਰੱਬ ਦਾ ਨਾਮ ਜਪਿਆ ਹੀ ਉਹ ਮਿਲਦਾ ਹੈ, ਉਹਦੇ ਨਾਲ ਮਿਲਾਪ ਹੁੰਦਾ ਏ। ਕਬੀਰ ਸਾਹਿਬ ਅੱਜ ਦੇ ਸ਼ਬਦ ਅੰਦਰ ਰੱਬ ਦੀ ਪਹਿਚਾਣ ਹੀ ਇਹ ਦੱਸ ਰਹੇ। ਉਹ ਪਛਾਣ ਲਿਆ ਫਿਰ ਤੇ ਸਭੇ ਘਟ ਰਾਮ ਬੋਲੇ, ਰਾਮਾ ਬੋਲੇ। ਫਿਰ ਤੇ ਅਵਲ ਅੱਲਾ ਨੂਰ ਉਪਾਇਆ, ਫਿਰ ਤੇ ਫਰੀਦਾ ਖਾਲ ਖਲਕ ਮੈਂ ਖਲਕ ਬਸੈ। ਰੱਬ ਮਾਹੀ ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਬਿਨ ਕੋਈ ਨਾਹੀਂ। ਬਾਹਰ ਭਰਮ ਹੋ ਜਾਏਗਾ, ਭਰਮ ਨਹੀਂ ਤੂੰ ਧਰਮ ਕਮਾਉਣਾ। ਸਤਿਗੁਰੂ ਰਹਿਮਤ ਕਰਨ, ਸ਼ਬਦੀ ਵਿਚਾਰ ਸਾਡੇ ਹਿਰਦੇ ਘਰ ਵਿੱਚ ਬਣ ਆਵੇ, ਬਸ ਆਵੇ। ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਧਰਮੀ ਸਦਵਾਉਣ ਦਾ ਯਤਨ ਨਾ ਕਰੀਏ, ਧਰਮੀ ਬਣਨ ਦਾ ਯਤਨ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਗੁਰੂ ਤੇਗ ਬਹਾਦਰ ਪਾਤਸ਼ਾਹ ਸਭਨਾਂ ਤੇ ਰਹਿਮਤ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਜੀ, ਭੁੱਲਾਂ ਨਾ ਚਤਾਰ ਦੇ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪ ਸੇਵਾ ਲਈ। ਸਮੁੱਚੇ ਪ੍ਰਬੰਧ ਸਾਹਿਬ ਦਾ, ਇੱਥੋਂ ਦੇ ਗ੍ਰੰਥੀ ਸਾਹਿਬਾਨ ਵੀਰ ਸੁਵਿੰਦਰ ਸਿੰਘ ਜੀ, ਭਾਈ ਹਰਨਾਮ ਸਿੰਘ ਜੀ, ਸਮੁੱਚੇ ਵੀਰਾਂ ਦਾ, ਸਮੁੱਚੀ ਸਿੱਖ ਸੰਗਤ ਦਾ। ਭੁੱਲਾਂ ਨਾ ਚਤਾਰ ਦੇ, ਫਤਿਹ ਦੀ ਸਾਂਝ ਬਣਾਉਂਦੇ ਸਾਰੇ ਜਾਣੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।